ਹੈਲੋ ਫਰੈਂਡਸ, ਅੱਜ ਆਪਾਂ ਕਰ ਰਹੇ ਹਾਂ ਕਲਾਸ 8 ਦੀ ਐਕਸਰਸਾਈਜ਼ 4.2। ਇਹਦੇ ਵਿੱਚ ਆਪਾਂ ਗੱਲ ਕਰਨੀ ਹੈ ਜੀ ਡਾਟਾ ਹੈਂਡਲਿੰਗ ਦੀ। ਲਾਸਟ ਐਕਸਰਸਾਈਜ਼ ਵੀ ਆਪਾਂ ਡਾਟਾ ਹੈਂਡਲਿੰਗ ਦੀ ਗੱਲ ਕੀਤੀ ਹੈ, ਰਾਈਟ? ਬਟ ਇਸ ਐਕਸਰਸਾਈਜ਼ ਦੇ ਵਿੱਚ ਗ੍ਰਾਫਿਕਲ ਰਿਪਰੈਜ਼ੈਂਟੇਸ਼ਨ ਆਫ ਫ੍ਰੀਕੁਐਂਸੀ ਡਿਸਟ੍ਰੀਬਿਊਸ਼ਨ ਕਰਨੀ ਹੈ। ਲਾਸਟ ਐਕਸਰਸਾਈਜ਼ ਤੁਹਾਨੂੰ ਪਤਾ ਹੋਵੇਗਾ, ਆਪਾਂ ਨੇ ਟੈਲੀ ਮਾਰਕਸ ਕੱਢੇ ਸੀ ਤੇ ਉਸ ਤੋਂ ਬਾਅਦ ਚੋਂ ਫ੍ਰੀਕੁਐਂਸੀ ਕੱਢਦੇ ਸੀ। ਸਿਰਫ ਇੱਕ ਚਾਰਟ ਤਿਆਰ ਕਰ ਦਿੰਦੇ ਸੀ, ਨਾਟ ਆਪਾਂ ਨੇ ਇਦਾਂ ਦੇ ਗ੍ਰਾਫ ਨਹੀਂ ਬਣਾਏ। ਇਸ ਐਕਸਰਸਾਈਜ਼ ਦੇ ਵਿੱਚ ਆਪਾਂ ਗ੍ਰਾਫ ਬਣਾਉਣਾ ਹੈ, ਐਕਸ ਐਕਸਿਸ ਤੇ ਵਾਈ ਐਕਸਿਸ ਲੈ ਕੇ ਇੱਥੇ ਪ੍ਰਪੇਅਰ ਕਰਾਂਗੇ, ਰੈਡੀ ਕਰਾਂਗੇ। ਜਿਹੜਾ ਉਹਦੀ ਗ੍ਰਾਫ ਉਹਨੂੰ ਕਹਿੰਦੇ ਆ ਹਿਸਟੋਗ੍ਰਾਮ। ਠੀਕ ਹੈ ਜੀ। ਹਿਸਟੋਗ੍ਰਾਮ ਹੁੰਦਾ ਕੀ ਐਕਚੁਅਲੀ ਉਹ ਵੀ ਦੱਸ ਦਿੰਦੇ ਆ। ਅ ਹਿਸਟੋਗ੍ਰਾਮ ਇਜ਼ ਏ ਗ੍ਰਾਫਿਕਲੀ ਰਿਪਰੈਜ਼ੈਂਟੇਸ਼ਨ ਆਫ ਏ ਫ੍ਰੀਕੁਐਂਸੀ ਡਿਸਟ੍ਰੀਬਿਊਸ਼ਨ ਇਨ ਦਾ ਫਾਰਮ ਆਫ ਰੈਕਟੈਂਗਲਸ। ਠੀਕ ਹੈ ਜੀ। ਕਹਿੰਦੇ ਜੀ ਫ੍ਰੀਕੁਐਂਸੀ ਡਿਸਟ੍ਰੀਬਿਊਸ਼ਨ ਆਪਾਂ ਰਿਪਰੈਜ਼ੈਂਟ ਕਰਦੇ ਹਾਂ ਇੱਥੇ ਇਨ ਦਾ ਫਾਰਮ ਆਫ ਰੈਕਟੈਂਗਲ। ਲਾਈਕ ਇੱਥੇ ਰੈਕਟੈਂਗਲਸ ਫਾਰਮ ਹੋਣਗੀਆਂ with class intervals as basis। ठीक है जी। क्लास इंटरवल है जिमें 0 to 10, 10 to 20, 20 to 30 या जो भी क्लास इंटरवल है वो बेस से जाएगा x एक्सिस ਦੇ along and height proportionals to the corresponding frequencies। ਤੇ frequencies ਨੇ ਜੋ ਉਹ y axis ਦੇ along ਆਪਾਂ represent ਕਰਾਂਗੇ, right? and there is also no gap between the bars। ਠੀਕ ਹੈ ਜੀ। ਹਿਸਟੋਗ੍ਰਾਮ ਦੇ ਵਿੱਚ ਬਾਰਸ ਨੇ ਜਿਹੜੀਆਂ ਉਹ ਕੰਟੀਨਿਊ ਬਣਨਗੀਆਂ, ਜਿੱਦਾਂ 0 to 10, 10 to 20, 20 to 30, right? ਇੱਕ ਹੁੰਦਾ ਹੈ ਬਾਰ ਗ੍ਰਾਫ। ਠੀਕ ਹੈ ਜੀ। ਬਾਰ ਗ੍ਰਾਫ ਕਿੱਦਾਂ ਹੁੰਦਾ ਹੈ? ਉਹਦੇ ਵਿੱਚ ਬਾਰਸ ਨੇ ਜਿਹੜੀਆਂ ਉਹ ਕੰਟੀਨਿਊ ਨਹੀਂ ਹੁੰਦੀਆਂ, ਉਹ ਡਿਸਕੰਟੀਨਿਊ ਹੁੰਦੇ ਨੇ। 0 to 10 ਦੀ ਹੋਏਗੀ, ਫਿਰ 30 to 40 ਹੋਏਗੀ, 20 to 30 ਵਾਲੀ ਮਿਸ ਹੋਏਗੀ, ਇਦਾਂ ਕਰਕੇ। ਹਿਸਟੋਗ੍ਰਾਮ ਦੇ ਵਿੱਚ ਕੋਈ ਵੀ ਬਾਰ ਮਿਸ ਨਹੀਂ ਹੋਏਗੀ। ਜਦੋਂ ਬਾਰਸ ਬਣਨਗੀਆਂ ਤਾਂ ਉਹ ਕੰਟੀਨਿਊ ਹੀ ਬਣਨਗੀਆਂ ਸਾਰੀਆਂ, ਰਾਈਟ? ਤੇ ਚਲੋ ਆਪਾਂ ਸਟਾਰਟ ਕਰਦੇ ਹਾਂ। ਇਹਦਾ ਫਸਟ ਡਰਾ ਦਾ ਹਿਸਟੋਗ੍ਰਾਮ ਆਫ ਦਾ ਫੋਲੋਇੰਗ। ਦਿੱਤੇ ਹੋਏ ਨੇ ਜੀ ਮਾਰਕਸ ਤੇ ਨੰਬਰ ਆਫ ਸਟੂਡੈਂਟ। 0 ਤੋਂ 10 ਦੇ ਵਿਚਕਾਰ ਕਿੰਨੇ ਬੱਚਿਆਂ ਦੇ ਮਾਰਕਸ ਆਏ ਨੇ? 6 ਦੇ। ਇਦਾਂ ਹੀ 10 to 20 9 ਦੇ, 20 to 30 12, 30 to 40 8 ਦੇ, 40 to 50 10 ਦੇ ਤੇ 50 to 60 5 ਦੇ। ਇੱਕ ਹਿਸਟੋਗ੍ਰਾਮ ਇੱਥੇ ਡਰਾ ਕਰਨਾ ਹੈ। ਠੀਕ ਹੈ ਜੀ। ਪਹਿਲਾਂ ਤਾਂ ਇੱਕ ਐਕਸ ਐਕਸਿਸ ਤੇ ਇੱਕ ਵਾਈ ਐਕਸਿਸ ਡਰਾ ਕਰ ਲੈਣਾ ਹੈ। ਠੀਕ ਹੈ ਜੀ। ਮੈਂ ਆਲਰੇਡੀ ਇਹ ਲਾਈਨਸ ਲਗਾ ਲਈਆਂ ਨੇ ਐਕਸ ਐਕਸਿਸ ਤੇ ਵਾਈ ਐਕਸਿਸ ਦੀਆਂ, ਤੁਸੀਂ ਦੇਖ ਸਕਦੇ ਹੋ ਇੱਥੇ। ਤੇ ਇਸ ਤੋਂ ਬਾਅਦ ਚ ਦੇਖੋ ਨੰਬਰ ਆਫ ਮਾਰਕਸ ਨੇ ਜੋ ਉਹ 0 to 10, 10 to 20, ਠੀਕ ਹੈ ਜੀ, ਇਦਾਂ ਦਿੱਤੇ ਹੋਏ ਆ। ਕਲਾਸ ਇੰਟਰਵਲ ਕਿੰਨਾ ਹੈ ਆਪਣਾ? 10 ਦਾ। 0 to 10, 10 to 20, 20 to 30, ਰਾਈਟ? ਤਾਂ ਐਕਸ ਐਕਸਿਸ ਤੇ ਆਪਾਂ ਲਵਾਂਗੇ 0 to 10, 10 to 20, 20 to 30, ਠੀਕ ਹੈ ਜੀ। ਅਪ ਟੂ ਕਿੱਥੇ ਤੱਕ ਹੈ? 60 ਤੱਕ। ਤੁਸੀਂ 60 ਤੱਕ ਲੈ ਲਓ ਜਾਂ 70 ਤੱਕ ਲੈ ਲਓ, ਰਾਈਟ? ਤੇ ਦੇਖੋ ਮੈਕਸਿਮਮ ਨੰਬਰ ਆਫ ਸਟੂਡੈਂਟ ਕਿੰਨੇ ਨੇਗੇ? 6 9 12 8 10 5। ਨੰਬਰ ਆਫ ਸਟੂਡੈਂਟ ਮੈਕਸਿਮਮ ਕਿਹਦਾ ਹੈ? 20 to 30 ਦੇ ਵਿੱਚ 12 ਨੇ, ਰਾਈਟ? ਇੱਧਰ ਆਪਾਂ ਇਹ ਜੋ ਨੰਬਰ ਆਫ ਸਟੂਡੈਂਟ ਦਿੱਤੇ ਹੋਏ ਨੇ ਸਾਰੇ ਦੇਖੋ, ਜੋ ਵੀ ਨੰਬਰਸ ਨੇ ਬਹੁਤ ਸਾਰੇ ਨੇ ਜਿਹੜੇ ਉਹ 2 ਦੇ ਟੇਬਲ ਤੇ ਡਿਵਾਈਡ ਹੋ ਰਹੇ ਨੇ, ਰਾਈਟ? 6 12 8 10, ਠੀਕ ਹੈ ਜੀ। ਆਪਾਂ ਕੀ ਕਰਾਂਗੇ ਇਸ ਕਰਕੇ 2 4 6 8 10 ਦਾ ਗੈਪ ਰੱਖਿਆ ਹੈ ਆਪਾਂ ਨੇ ਇੱਥੇ। ਇਹ ਤੁਹਾਡਾ ਆਪਣੇ ਤੇ ਡਿਪੈਂਡ ਕਰਦਾ ਹੈ, ਤੁਸੀਂ 1 2 3 4 ਵੀ ਕਰ ਸਕਦੇ ਸੀ ਇਹਨੂੰ, ਠੀਕ ਹੈ ਜੀ। ਤੇ ਮੇਰੇ ਕੋਲ ਐਕਚੁਅਲੀ ਆਪਣਾ ਦੂਸਰਾ ਗ੍ਰਾਫ ਨਹੀਂ ਹੈਗਾ ਜਿਹਦੇ ਵਿੱਚ ਇੱਥੇ ਸਮਾਲ ਲਾਈਨ ਵੀ ਰਿਪਰੈਜ਼ੈਂਟ ਹੁੰਦੀਆਂ ਨੇ, ਠੀਕ ਹੈ। ਬਟ ਫਿਰ ਵੀ ਐਕਚੁਅਲੀ ਉਸ ਗ੍ਰਾਫ ਦੇ ਆਲਮੋਸਟ ਸਿਮਿਲਰ ਹੀ ਹੈ। ਤੁਸੀਂ ਜਸਟ ਛੋਟੀਆਂ ਲਾਈਨਾਂ ਨਹੀਂ ਦੇਖਣੀਆਂ, ਸਿਰਫ ਵੱਡੀਆਂ ਲਾਈਨਾਂ ਦੇ ਉੱਪਰ ਗ੍ਰਾਫ ਡਰਾ ਕਰਨਾ ਹੈ, ਜਿਹੜੀਆਂ ਵਿਜ਼ੀਬਲ ਨੇ, ਮੋਟੀਆਂ ਲਾਈਨਸ ਨੇ ਉਹਨਾਂ ਦੇ ਅਕੋਰਡਿੰਗ, ਰਾਈਟ? ਤੁਸੀਂ ਉੱਥੇ 1 2 3 4 ਵੀ ਲੈ ਸਕਦੇ ਹੋ, ਉਹਦੇ ਨਾਲ ਗ੍ਰਾਫ ਥੋੜਾ ਵੱਡਾ ਬਣੇਗਾ, ਔਰ ਕੋਈ ਪ੍ਰੋਬਲਮ ਨਹੀਂ ਆਏਗੀ। ਬਾਰਸ ਲੰਬੀਆਂ ਬਣਨਗੀਆਂ, ਦੈਟਸ ਇਟ, ਠੀਕ ਹੈ। ਆਪਾਂ ਇੱਥੇ ਨੰਬਰਿੰਗ ਲੈ ਲਈ 2 4 6 8 10 12 ਐਂਡ 14। ਜਿੱਦਾਂ ਕਿ ਹੁਣ 9 ਐਂਡ 5 ਆ, ਇਹ 2 ਦੇ ਟੇਬਲ ਤੇ ਡਿਵਾਈਡ ਨਹੀਂ ਹੋ ਰਿਹਾ, ਤਾਂ ਇਹਦੇ ਜਿਹੜੇ ਸੈਂਟਰ ਵਾਲੀ ਲਾਈਨ ਆ ਉੱਥੇ ਆ ਜਾਏਗਾ ਨਾ। ਜਿੱਦਾਂ 5 ਆ, 4 ਤੇ 6 ਦੇ ਵਿਚਕਾਰ ਜਿਹੜੀ ਸੈਂਟਰ ਵਾਲੀ ਲਾਈਨ ਆ ਉੱਥੇ ਕੀ ਆ ਜਾਏਗਾ? 5, ਠੀਕ ਹੈ ਜੀ। ਇਦਾਂ ਹੀ 9 8 ਤੇ 10 ਦੇ ਵਿਚਕਾਰ ਜੋ ਲਾਈਨ ਹੈ ਇੱਥੇ ਆਪਾਂ ਰਿਪਰੈਜ਼ੈਂਟ ਕਰ ਦਾਂਗੇ 9, ਠੀਕ ਹੈ। ਪੈਰਾਗ੍ਰਾਫ ਕਰਦੇ ਆਪਾਂ ਸਟਾਰਟ ਬਣਾਉਣਾ। ਦੇਖੋ ਜੀ, ਜੋ ਕਲਾਸ ਇੰਟਰਵਲ ਹੈ 0 to 10, ਉਹਦੇ ਵਿੱਚ ਕਿੰਨੇ ਨੰਬਰ ਆਫ ਸਟੂਡੈਂਟ ਦੇ ਮਾਰਕਸ ਆਏ ਨੇ? 6 ਦੇ। ਤਾਂ ਆਪਾਂ ਬਾਰ ਬਣਾਣੀ ਆ, ਇੱਕ ਰੈਕਟੈਂਗਲ ਬਣਾਣੀ ਆ, ਠੀਕ ਹੈ ਜੀ। 0 to 10 ਆਪਾਂ ਇੱਥੇ ਨੰਬਰ ਲਾਈਨ ਲਗਾਵਾਂਗੇ ਅਪ ਟੂ 6 ਤੱਕ, ਤੇ ਇਧਰੋਂ 6 ਦੇ ਸਾਹਮਣੇ ਮੈਚ ਕਰ ਦਾਂਗੇ ਇਸ ਨੰਬਰ। ਇਹ ਦੇਖੋ 0 ਤੋਂ 10 ਤੱਕ ਆਪਾਂ ਨੇ 6 ਸਟੂਡੈਂਟ ਸੀ ਨਾ, ਆਪਾਂ ਨੇ 6 ਦੇ ਸਾਹਮਣੇ ਬਿਲਕੁਲ ਇੱਕ ਬਾਰ ਡਰਾ ਕਰਤੀ ਜੀ। ਨੈਕਸਟ ਕਿੰਨੇ ਨੇ? 10 to 20 ਵਾਲੇ 9। ਦੇਖੋ ਜੀ 8 9 10, ਤਾਂ 9 ਦੇ ਆਪਾਂ ਸਾਹਮਣੇ ਬਿਲਕੁਲ 9 ਆਪਾਂ ਨੰਬਰ ਇੱਥੇ ਲਿਖਿਆ ਨਹੀਂ ਹੋਇਆ, ਬਟ ਆਪਾਂ ਨੂੰ ਪਤਾ ਹੈ ਕਿ 8 9 10, ਠੀਕ ਹੈ ਜੀ। 9 ਵਾਲੀ ਇਹ ਲਾਈਨ ਹੈ, ਤਾਂ ਆਪਾਂ ਇੱਥੇ ਬਾਰ ਡਰਾ ਕਰਨੀ ਹੈ ਜੀ। 10 to 20 ਹੈ, 20 ਦੇ ਸਾਹਮਣੇ ਅਪ ਟੂ 20 ਤੱਕ ਇਹ ਰੈਕਟੈਂਗਲ ਡਰਾ ਹੋ ਜਾਏਗੀ ਜੀ। ਬਸ ਥੋੜਾ ਜਿਹਾ ਧਿਆਨ ਨਾਲ ਕਰਨ ਦੀ ਜ਼ਰੂਰਤ ਹੈ, ਬਹੁਤ ਈਜ਼ੀ ਨੇ। ਦੇਖੋ ਜੀ ਨੈਕਸਟ 20 to 30 12, 12 ਦੇ ਸਾਹਮਣੇ ਹੋਏਗੀ। ਤੁਸੀਂ ਉੱਥੇ ਡਾਟਸ ਲਗਾ ਸਕਦੇ ਹੋ, ਜਿੱਦਾਂ ਕਿ 20 to 30 ਵਾਲਾ ਇੱਥੇ ਬਣਨਾ ਹੈ ਨਾ ਬਾਰ। ਕਿੰਨੇ ਸਟੂਡੈਂਟ ਨੇ? ਨੰਬਰ ਆਫ ਸਟੂਡੈਂਟ ਦੀ ਕਾਊਂਟਿੰਗ ਕਿੰਨੀ ਹੈ? 12। ਆਪਾਂ ਨੇ ਇੱਥੇ ਡਾਟਸ ਲਗਾ ਲਏ ਤੇ ਬਸ ਉਹਨਾਂ ਨੂੰ ਡਾਟਸ ਨੂੰ ਮੈਚ ਕਰ ਦਿਓ। ਸਟ੍ਰੇਟ ਲਾਈਨ ਡਰਾ ਕਰਾਂਗੇ ਆਪਾਂ ਜੀ। ਇਸ ਤਰ੍ਹਾਂ ਰੈਕਟੈਂਗਲਸ ਬਣਨੀਆਂ ਨੇਗੀਆਂ ਬਸ, ਜਾਂ ਤੁਸੀਂ ਕਹਿ ਸਕਦੇ ਹੋ ਕਿ ਆਪਾਂ ਬਾਰਸ ਡਰਾ ਕਰਨੀਆਂ ਨੇ, ਠੀਕ ਹੈ ਜੀ। 30 to 40 8 ਕਿੱਥੇ ਹੈ ਜੀ? ਇੱਥੇ, ਠੀਕ ਹੈ ਜੀ। 8 ਦੇ ਸਾਹਮਣੇ ਲਾਈਨ ਡਰਾ ਕਰਨੀ ਪਏਗੀ ਆਪਾਂ ਨੂੰ। ਇਹ ਲਾਈਨਸ ਫ੍ਰੀ ਹੈਂਡ ਨਾਲ ਡਰਾ ਨਹੀਂ ਕਰਨੀਆਂ, ਆਪਾਂ ਨੇ ਸਕੇਲ ਨਾਲ ਹੀ ਡਰਾ ਕਰਨੀਆਂ ਨੇ ਜੀ, ਰਾਈਟ? ਕਿਉਂਕਿ ਗ੍ਰਾਫ ਦੇ ਵਿੱਚ ਜੋ ਤੁਹਾਨੂੰ ਦਿੱਤਾ ਹੁੰਦਾ ਹੈ ਗ੍ਰਾਫ, ਉਹਦੇ ਵਿੱਚ ਬਹੁਤ ਛੋਟੀਆਂ ਲਾਈਨਾਂ ਹੁੰਦੀਆਂ ਨੇ, ਇੱਧਰ ਉੱਧਰ ਮੈਚ ਨਹੀਂ ਹੋਣੀ ਚਾਹੀਦੀ, ਤਾਂ ਉਹਦੇ ਨਾਲ ਕਾਊਂਟਿੰਗ ਦਾ ਫਰਕ ਪੈ ਸਕਦਾ ਹੈ। ਜੇ ਤੁਹਾਡਾ
ਗ੍ਰਾਫ ਗਲਤ ਹੋ ਸਕਦਾ ਹੈ। 40 to 50 ਕਿੰਨੇ ਨੇ 10, ਅਗੇਨ 10 ਦੇ ਸਾਹਮਣੇ ਕਲਾਸ ਇੰਟਰਵਲ ਦੇ ਉੱਪਰ ਬਣੇਗਾ ਗ੍ਰਾਫ ਤੇ ਜਿੰਨਾ ਨੰਬਰ ਹੈ ਉਸ ਨੰਬਰ ਤੱਕ ਜਾਏਗੀ, ਜੋ ਨੰਬਰ ਹੈ ਉਹਦੇ ਸਾਹਮਣੇ ਤੱਕ ਬਣੇ ਉਹ ਬਾਹਰ ਡਰਾ ਕਰਨੀ ਹੈ। ਜਿੱਦਾਂ 50 to 60 ਦਾ ਕਿੰਨਾ ਹੈ 5, 50 to 60 ਕਲਾਸ ਇੰਟਰਵਲ ਹੈ, ਇੱਥੇ 5 ਦੇ ਸਾਹਮਣੇ ਬਿਲਕੁਲ 5 ਕਿੱਥੇ ਆ ਜਾਏਗਾ ਜੀ 4 ਤੇ 6 ਦੇ ਵਿਚਕਾਰ ਇਸ ਲਾਈਨ ਦੇ। ਇਹ ਤੁਸੀਂ ਜਿੱਦਾਂ x ਐਕਸਿਸ ਲਿਖਿਆ ਤੇ y ਐਕਸਿਸ ਦੱਸਣਾ ਹੈ ਆਪਾਂ ਨੇ ਕਿ x ਐਕਸਿਸ ਦੇ ਅਲੋਂਗ ਕੀ ਹੈ ਤੇ y ਐਕਸਿਸ ਦੇ ਅਲੋਂਗ ਕੀ ਹੈ। x ਐਕਸਿਸ ਦੇ ਅਲੋਂਗ ਇੱਥੇ ਆਪਾਂ ਨੇ ਲੈਣੇ ਮਾਰਕਸ ਐਂਡ y ਐਕਸਿਸ ਦੇ ਅਲੋਂਗ ਕਹਿੰਦੇ ਆਪਣੇ ਨੰਬਰ ਆਫ ਸਟੂਡੈਂਟਸ। ਨੰਬਰ ਆਫ ਸਟੂਡੈਂਟਸ 6, 9, ਨੈਕਸਟ 12, 30 to 40, 8, ਨੈਕਸਟ 40 to 50, 10, 5। ਹਾਂਜੀ ਸੈਕਿੰਡਸ ਆਪਣਾ ਕੀ ਦਿੱਤਾ ਹੋਇਆ ਜੀ ਕਲਾਸ ਇੰਟਰਵਲ ਦਿੱਤਾ ਹੋਇਆ 0 to 20, 20 to 40, 40 to 60, 60 to 80। ਠੀਕ ਹੈ ਜੀ, ਕਲਾਸ ਸਾਈਜ਼ ਇੱਥੇ ਕਿੰਨਾ ਹੈ 20 ਤੇ ਫ੍ਰੀਕੁਐਂਸੀ ਦਿੱਤੀ ਹੋਈ ਹੈ ਜੀ 15, 12, 18, 24 ਤੇ 21। ਇਸੇ ਤਰ੍ਹਾਂ ਫਿਰ ਅਗੇਨ ਗ੍ਰਾਫ ਲਵਾਂਗੇ ਇੱਕ ਤਾਂ ਉੱਤੇ x ਐਕਸਿਸ ਤੇ y ਐਕਸਿਸ ਡਰਾ ਕਰਾਂਗੇ। y ਐਕਸਿਸ ਦੇ ਅਲੋਂਗ ਕੀ ਲੈਣੀ ਹੈ ਆਪਾਂ ਨੇ ਜੀ ਫ੍ਰੀਕੁਐਂਸੀ, ਇੱਧਰ ਲਿਖਾਂਗੇ ਜੀ ਫ੍ਰੀਕੁਐਂਸੀ, ਇਸ ਸਾਈਡ ਨੂੰ ਜਾ ਰਹੀ ਹੈ ਅਪ ਐਂਡ ਇਸ ਸਾਈਡ ਨੂੰ ਕੀ ਹੈ x ਐਕਸਿਸ ਦੇ ਅਲੋਂਗ ਕਲਾਸ ਇੰਟਰਵਲ। ਕਲਾਸ ਇੰਟਰਵਲ ਜਿੱਥੋਂ ਵੀ ਆਪਾਂ ਬਾਰ ਗ੍ਰਾਫ ਜਿੱਥੇ ਦੋਵੇਂ x ਤੇ y ਐਕਸਿਸ ਮੈਚ ਕਰਨਗੇ ਉੱਥੇ ਆਪਾਂ 0 ਲੈਣਾ ਹੈ। ਠੀਕ ਹੈ ਜੀ, ਉੱਥੇ 0 ਸਪੋਜ਼ ਕਰਦੇ ਹਾਂ ਤੇ ਉਦੋਂ ਅੱਗੇ ਫਸਟ ਵਨ ਕੀ ਹੈ ਜੀ ਕਲਾਸ ਇੰਟਰਵਲ 0 to 20, ਆਪਾਂ ਫਸਟ ਨੰਬਰ 20, ਨੈਕਸਟ 40, 60, 80, 100, 120, 100 ਤੱਕ ਦਿੱਤੇ ਹੋਏ ਨੇ, ਅਪ ਟੂ 100 ਆਪਾਂ ਨੇ ਗ੍ਰਾਫ ਪ੍ਰਿਪੇਅਰ ਕਰਨਾ ਹੈ। ਆਪਾਂ ਨੇ ਉਸ ਤੋਂ ਇੱਕ ਨੰਬਰ ਜ਼ਿਆਦਾ ਲੈ ਲਿਆ, ਤੁਸੀਂ ਚਾਹੋ 100 ਤੱਕ ਬਣਾਓ ਕਿਉਂਕਿ ਆਪਣਾ ਗ੍ਰਾਫ ਤਾਂ 100 ਤੱਕ ਹੀ ਪ੍ਰਿਪੇਅਰ ਹੋਣਾ ਹੈ। ਤੇ ਫ੍ਰੀਕੁਐਂਸੀ ਇਸੇ ਤਰ੍ਹਾਂ ਲੈਣੇ ਆ, ਦੇਖੋ 15, 12, 18, 24, 21। ਸਿਰਫ ਇਹਦੇ ਵਿੱਚ ਤਿੰਨ ਨੰਬਰ ਨੇ ਜੋ 2 ਦੇ ਟੇਬਲ ਤੇ ਡਿਵਾਈਡ ਹੁੰਦੇ ਆ, ਇਹ ਸਾਰੇ ਨੰਬਰ ਆਲਮੋਸਟ 3 ਦੇ ਟੇਬਲ ਤੇ ਡਿਵਾਈਡ ਹੋ ਰਹੇ ਆ ਰਾਈਟ। 15, 12, 18 ਆਪਾਂ ਇਸ ਕਰਕੇ ਜਿਹੜਾ ਇਹ ਗੈਪ ਹੈ ਉਹ 3 ਦਾ ਰੱਖਿਆ ਹੈ ਫ੍ਰੀਕੁਐਂਸੀ ਦੇ ਵਿੱਚ। 0 ਤੋਂ ਬਾਅਦ ਆਪਾਂ 3 ਮਾਰਕਸ ਕਰ ਲਈ, 0, 3, 6, 9, 12, 15, 18, 21, 24, 27। ਠੀਕ ਹੈ ਜੀ, ਤੁਸੀਂ ਚਾਹੋ ਤਾਂ 2 ਵੀ ਰੱਖ ਸਕਦੇ ਸੀ, ਫਿਰ ਉਹਦੇ ਵਿੱਚ ਜਿੱਥੇ 15 ਸੀ ਰਾਈਟ ਉਦਾਂ ਹੀ ਸੈਂਟਰ ਵਾਲਾ ਨੰਬਰ ਆਪਾਂ ਨੂੰ ਦੇਖਣਾ ਪੈਣਾ ਸੀ, ਜਿਵੇਂ 14 ਤੇ 16 ਦੇ ਵਿਚਕਾਰ 15 ਜਿੱਥੇ ਵੀ ਆਏਗਾ ਉਸ ਹਿਸਾਬ ਨਾਲ ਆਪਾਂ ਬਾਰ ਪ੍ਰਿਪੇਅਰ ਕਰਨੀ ਸੀ। ਚਲੋ ਜੀ ਬਾਰ ਗ੍ਰਾਫ ਬਣਾਉਣਾ ਸਟਾਰਟ ਕਰਦੇ ਹਾਂ। ਦੇਖੋ 0 to 20 ਕਲਾਸ ਇੰਟਰਵਲ ਦੇ ਵਿੱਚ ਫ੍ਰੀਕੁਐਂਸੀ ਕਿੰਨੀ ਹੈ ਜੀ 15, 15 ਦੇ ਬਿਲਕੁਲ ਸਾਹਮਣੇ ਬਾਰ ਪ੍ਰਿਪੇਅਰ ਕਰਨੀ ਹੈ ਆਪਣੀ। ਬਾਰ ਬਣਾਉਣੀ ਹੈ ਇੱਕ ਰੈਕਟੈਂਗਲ ਬਣਾ ਰਹੇ ਹਾਂ ਆਪਾਂ ਇੱਕ, ਇੱਥੇ ਆਪਾਂ ਸਟ੍ਰੇਟ ਲਾਈਨ ਡਰਾ ਕਰਾਂਗੇ ਤੇ 15 ਦੇ ਸਾਹਮਣੇ 0 to 20 ਤੱਕ ਮੈਚ ਕਰ ਦਾਂਗੇ ਇਹਨੂੰ। 20 to 40 ਕਿੰਨਾ ਹੈ ਜੀ 12, 20 to 40 ਰਾਈਟ ਇਸ ਸਾਈਡ। 40 to 60, 18, 40 ਤੇ ਨਿਸ਼ਾਨ ਲਾਵਾਂਗੇ ਇੱਕ ਤਾਂ ਇੱਕ 60 ਤੇ 18 ਦੇ ਸਾਹਮਣੇ ਬਿਲਕੁਲ, ਇਹਨਾਂ ਨੂੰ ਮੈਚ ਕਰਨਾ ਹੈ ਰੈਕਟੈਂਗਲ ਬਣਾਉਣ ਲਈ। 40 to 60 ਤੱਕ 24, ਨੈਕਸਟ ਵਨ 60 to 80, 24 ਦੇ ਸਾਹਮਣੇ ਨਿਸ਼ਾਨ ਲਾਵਾਂਗੇ 60 ਤੇ ਵੀ ਤੇ 80 ਦੇ ਉੱਪਰ ਵੀ। 24 ਫ੍ਰੀਕੁਐਂਸੀ ਸੀ ਰਾਈਟ ਇੱਥੇ, ਤਾਂ ਆਪਾਂ 24 ਤੱਕ ਬਾਰ ਬਣਾ ਰਹੇ ਹਾਂ, ਇਹ ਰੈਕਟੈਂਗਲ ਰੈਡੀ ਕਰ ਰਹੇ ਹਾਂ, ਬਾਰ ਕਹੋ ਜਾਂ ਰੈਕਟੈਂਗਲ ਕਹੋ ਰਾਈਟ। ਤੇ 80 to 100 ਕਿੰਨਾ ਹੈ 21, 15, 12, 18 ਨੈਕਸਟ 24 ਅਗਲੀ 21। ਥਰਡ ਸਮ ਕੀ ਦਿੱਤਾ ਹੈ weight in kg ਐਂਡ ਨੰਬਰ ਆਫ ਪਰਸਨਸ ਦਿੱਤੇ ਹੋਏ ਆ। ਠੀਕ ਹੈ, ਕਲਾਸ ਇੰਟਰਵਲ ਹੈ 25 to 30, 30 to 35, 35 to 40, 40 to 45 ਰਾਈਟ ਅਪ ਟੂ 55 ਦਿੱਤਾ ਹੋਇਆ ਜੀ। ਤੇ ਇੱਧਰ ਦਿੱਤੇ ਹੋਏ ਨੇ ਫ੍ਰੀਕੁਐਂਸੀ ਜਾਂ ਨੰਬਰ ਆਫ ਪਰਸਨ ਕਿੰਨਿਆਂ ਦਾ ਹੈ। 25 to 30 ਦੇ ਵਿਚਕਾਰ 4 ਜਣਿਆਂ ਦਾ ਹੈ, 30 to 35 ਦੇ ਵਿਚਕਾਰ 8 ਪਰਸਨਸ ਦਾ weight ਹੈ ਰਾਈਟ, ਇਦਾਂ ਕਰਕੇ ਐਂਡ ਸੋ ਔਨ। ਆਪਾਂ ਦੇਖੋ ਸੇਮ ਇੱਕ ਗ੍ਰਾਫ ਬਣਾਉਣਾ ਹੈ, ਇਹਦੇ ਵਿੱਚ ਇੱਕ x ਐਕਸਿਸ ਡਰਾ ਕਰ ਲਓ, ਇੱਕ y ਐਕਸਿਸ। ਠੀਕ ਹੈ ਜੀ, ਜਿੱਥੇ x ਤੇ y ਐਕਸਿਸ ਮੈਚ ਕਰ ਰਹੇ ਨੇ ਆਪਾਂ ਨੂੰ ਪਤਾ ਉਹ ਪੁਆਇੰਟ 0 ਰਾਈਟ। ਅੱਗੇ ਦੇਖੋ ਇਹ ਕਿੱਥੋਂ ਸਟਾਰਟ ਹੋਈ ਹੈ 25 to 30, 0 ਤੋਂ ਕੰਟੀਨਿਊ ਨਹੀਂ ਹੈ, ਆਪਾਂ 0 ਤੋਂ ਬਾਹਰ ਨਹੀਂ ਬਣਾ ਸਕਦੇ ਕਿਉਂਕਿ ਆਪਾਂ ਨੂੰ ਕਲਾਸ ਇੰਟਰਵਲ ਹੈ ਜੋ ਉਹ 25 ਤੋਂ ਸਟਾਰਟ ਦਿੱਤਾ ਹੋਇਆ ਹੈ। ਅਗਰ ਇਹ 0 ਤੋਂ ਸਟਾਰਟ ਹੋ ਰਿਹਾ ਹੁੰਦਾ ਤਾਂ ਆਪਾਂ 0 ਤੋਂ ਸਟਾਰਟ ਕਰ ਦਿੰਦੇ। ਇਨ ਕੇਸ ਲਾਈਕ ਇਦਾਂ ਹੋਵੇ ਇਹ ਤੁਹਾਡੀ ਕਲਾਸ ਇੰਟਰਵਲ ਹੈ ਜੋ ਉਹ ਥੋੜਾ ਅੱਗੇ ਜਾ ਕੇ ਸਟਾਰਟ ਹੋ ਰਿਹਾ, 0 ਤੋਂ ਨਹੀਂ ਸ਼ੁਰੂ ਹੋ ਰਿਹਾ, ਕਿਸੇ ਹੋਰ ਨੰਬਰ ਤੋਂ ਸਟਾਰਟ ਹੋ ਰਿਹਾ, ਤਾਂ ਤੁਹਾਨੂੰ ਇੱਥੇ ਇਸ ਤਰ੍ਹਾਂ ਦਾ ਸਾਈਨ ਬਣਾਉਣਾ ਪੈਂਦਾ। ਤੁਸੀਂ ਇਹਨੂੰ Z ਵੀ ਕਹਿ ਸਕਦੇ ਹੋ ਜਾਂ N ਕਹਿ ਲਓ, ਇਹਨੂੰ ਕਹਿੰਦੇ ਆ ਕਿੰਕ ਰਾਈਟ। ਬਸ ਇਦਾਂ ਦਾ 0 ਤੋਂ ਲੈ ਕੇ ਅਪ ਟੂ ਜਿਹੜੇ ਨੰਬਰ ਤੋਂ ਤੁਹਾਡੀ ਕਲਾਸ ਇੰਟਰਵਲ ਸਟਾਰਟ ਹੋ ਰਿਹਾ, ਲਾਈਕ ਇੱਥੇ 25 to 30 ਦਿੱਤਾ ਹੋਇਆ ਸੀ, ਆਪਾਂ 25 ਮੰਨ ਲਿਆ, ਇੱਥੇ 0 ਤੋਂ ਬਾਅਦ ਵਿੱਚ ਪਹਿਲਾ ਪੁਆਇੰਟ 25 ਮੰਨ ਲਿਆ। ਠੀਕ ਹੈ, ਤੇ ਇੱਥੇ ਆਪਾਂ ਕਿੰਕ ਦਾ ਸਾਈਨ ਬਣਾਤਾ। ਇਹ ਕਿਉਂ ਹੁੰਦਾ ਹੈ, ਲਾਈਕ ਅਗਰ ਆਪਾਂ 25 ਇੱਥੇ ਕਾਊਂਟ ਕਰਦੇ, 5 ਦਾ ਕਲਾਸ ਇੰਟਰਵਲ ਆ 0 to 5, 5 to 10, 10 to 15, 15 to 20, 20 to 25। ਆਪਣਾ ਬਾਰ ਗ੍ਰਾਫ ਇੱਥੇ ਜਾ ਕੇ ਸ਼ੁਰੂ ਹੋਣਾ ਸੀ ਤੇ ਕਾਫੀ ਪਿੱਛੇ ਜਾ ਕੇ ਬਣਨਾ ਸੀ। ਐਂਡ ਅਗਰ ਨੰਬਰ ਜ਼ਿਆਦਾ ਦਿੱਤੇ ਹੋਣੇ ਤਾਂ ਬਾਰ ਗ੍ਰਾਫ ਬਣਾਉਣ 'ਚ ਮੁਸ਼ਕਿਲ ਵੀ ਹੋਣੀ ਸੀ, ਲਾਈਕ ਜੇ ਜ਼ਿਆਦਾ ਬਾਰਸ ਬਣਾਉਣੀਆਂ ਹੁੰਦੀਆਂ ਤਾਂ ਵੱਡਾ ਬਾਰ ਗ੍ਰਾਫ ਹੋਵੇ ਤਾਂ ਉਹ ਬਣਨਾ ਬਹੁਤ ਟਫ ਹੋਣਾ ਸੀ। ਇਸ ਕਰਕੇ ਕਿਉਂਕਿ ਇਹ ਤਾਂ ਸਾਰਾ ਖਾਲੀ ਹੀ ਸੀ ਇੱਥੇ 0 to 25, ਇਸ ਕਰਕੇ ਇੱਥੇ ਇੱਕ ਸਾਈਨ ਬਣਾ ਦਿੰਦੇ ਆ, ਕਿੰਕ ਕਹਿੰਦੇ ਆ ਇਹਨੂੰ। ਠੀਕ ਹੈ ਜੀ, ਇਸ ਤੋਂ ਅੱਗੇ ਜਿਹੜਾ ਵੀ ਇੰਟਰਵਲ ਕੰਟੀਨਿਊ ਹੋ ਰਿਹਾ ਆਪਾਂ ਉਹ ਇੰਟਰਵਲ ਲਿਖ ਸਕਦੇ ਹਾਂ ਜਿੱਥੋਂ ਵੀ ਸਟਾਰਟ ਦੇ ਰਹੇ ਆਪਾਂ ਨੂੰ। 25 ਤੋਂ ਦੇ ਰਿਹਾ 25, 25, 30, 35 x ਐਕਸਿਸ ਤੇ ਲਿਖ ਲਿਆ ਆਪਾਂ ਨੇ। ਅਲੋਂਗ x ਐਕਸਿਸ ਜੋ ਕਲਾਸ ਇੰਟਰਵਲ ਦਿੱਤਾ ਹੋਇਆ ਕਿਹਦਾ ਦਿੱਤਾ ਹੋਇਆ ਜੀ weight in kg, ਇੱਧਰ ਲਿਖਾਂਗੇ ਜੀ ਆਪਾਂ weight ਬ੍ਰੈਕਟ ਦੇ ਵਿੱਚ in ਕਿਲੋਗ੍ਰਾਮ। ਫ੍ਰੀਕੁਐਂਸੀ 'ਚ ਕੀ ਦਿੱਤਾ ਹੋਇਆ ਜੀ ਨੰਬਰ ਆਫ ਪਰਸਨਸ, ਤਾਂ y ਐਕਸਿਸ ਦੇ ਅਲੋਂਗ ਕੀ ਆਊਗਾ ਨੰਬਰ ਆਫ ਪਰਸਨਸ। ਹੁਣ ਦੇਖੋ ਜੋ ਫ੍ਰੀਕੁਐਂਸੀ ਹੈ ਉਹ ਕਿਦਾਂ
ਜਿੱਦਾਂ ਦਿੱਤੀ ਹੋਈ ਹੈ 4 8 13 15 10 12 ਮੋਸਟ ਆਫ ਦਾ ਨੰਬਰ 2 ਦੇ ਟੇਬਲ ਤੇ ਜਾ ਰਹੇ ਆ, ਇਸ ਕਰਕੇ ਆਪਾਂ ਨੇ ਗ੍ਰਾਫ ਦੇ ਉੱਪਰ ਨੰਬਰ ਆਪਾਂ 2 4 6 8 10 ਇਸ ਤਰੀਕੇ ਦੇ ਨਾਲ ਲਏ ਆ। ਠੀਕ ਹੈ ਜੀ। ਮੈਕਸਿਮਮ ਨੰਬਰ ਆਪਣਾ ਕਿੰਨਾ ਹੈ ਫ੍ਰੀਕੁਐਂਸੀ ਦੇ ਵਿੱਚ 1 5 15 ਆਪਾਂ 16 ਤੱਕ ਲੈ ਲਿਆ, ਇਸ ਕਰਕੇ ਮੈਕਸਿਮਮ ਨੰਬਰ ਆਪਣਾ ਵੱਡੇ ਤੋਂ। ਠੀਕ ਹੈ ਜੀ। ਚਲੋ ਸਟਾਰਟ ਕਰਦੇ ਹਾਂ ਬਾਰਸ ਬਣਾਉਣੀਆਂ। 25 to 30 ਇੱਥੇ ਕਿੰਨੇ ਪਰਸਨਸ ਨੇ? ਨੰਬਰ ਆਫ ਪਰਸਨਸ 4। ਇਸ ਏਰੀਆ ਦੇ ਵਿੱਚ ਗ੍ਰਾਫ ਬਣੂਗਾ ਹੁਣ ਆਪਣਾ ਇਸ ਕਲਾਸ ਇੰਟਰਵਲ ਦੇ ਵਿੱਚ, ਤੇ ਨੰਬਰ ਆਫ ਪਰਸਨਸ ਫ੍ਰੀਕੁਐਂਸੀ ਕਿੰਨੀ ਆ 4 ਅਪ ਟੂ 4 ਤੱਕ ਇਹ ਬਾਰ ਜਾਏਗੀ। ਰੈਕਟੈਂਗਲ ਜਿਹੜੀ ਉਹ ਨੰਬਰ ਆਫ 4 ਤੱਕ ਬਣੂਗੀ ਵਾਈ ਐਕਸਿਸ ਦੇ ਨਾਲ। ਠੀਕ ਹੈ ਜੀ। ਦੇਖੋ ਇਸ ਤਰੀਕੇ ਨਾਲ ਹੁਣ ਤੁਹਾਨੂੰ ਥੋੜਾ ਕਲੀਅਰ ਸਮਝ ਆ ਗਿਆ ਹੋਗਾ। ਆਈ ਥਿੰਕ ਆਪਾਂ ਥਰਡ ਸਮ ਤੇ ਪਹੁੰਚ ਚੁੱਕੇ ਹਾਂ ਕਿ ਕਿਸ ਤਰੀਕੇ ਨਾਲ ਇਹ ਬਾਰ ਪ੍ਰਿਪੇਅਰ ਕਰਨੇ ਆ। ਕੋਈ ਬਹੁਤਾ ਡਿਫਰੈਂਸ ਨਹੀਂ ਹੈ ਜੋ ਗ੍ਰਾਫ ਤੁਹਾਡੇ ਕੋਲ ਹੈ ਤੇ ਇਹ ਵਾਲਾ ਗ੍ਰਾਫ। ਠੀਕ ਹੈ ਜੀ। ਆਲਮੋਸਟ ਇੱਕੋ ਹੀ ਗੱਲ ਹੈ। ਆਪਾਂ ਜਿਹੜੀਆਂ ਉਹਦੇ ਵਿਚਕਾਰ ਤੁਹਾਡੇ ਵਾਲੇ ਗ੍ਰਾਫ ਦੇ ਵਿਚਕਾਰ ਜੋ ਬਰੀਕ ਲਾਈਨਾਂ ਨੇ, ਛੋਟੀਆਂ ਲਾਈਨਸ ਨੇ ਬਰੀਕ ਉਹਨਾਂ ਨੂੰ ਆਪਾਂ ਕਾਊਂਟ ਨਹੀਂ ਕਰ ਰਹੇ। ਸਿਰਫ ਆਪਾਂ ਫਿਲਹਾਲ ਤੱਕ ਤਾਂ ਜੋ ਮੋਟੀਆਂ ਲਾਈਨਸ ਨੇਗੀਆਂ ਲਾਈਕ ਜਿਹਨੂੰ ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ ਹੋ, ਸਿਰਫ ਉਹਨਾਂ ਦੇ ਅਰਾਊਂਡ ਹੀ ਗ੍ਰਾਫ ਪ੍ਰਿਪੇਅਰ ਕਰ ਰਹੇ ਹਾਂ। ਦੇਖੋ 30 to 35 ਕਿੰਨਾ ਹੈ ਜੀ 8 ਨੰਬਰ ਆਫ ਪਰਸਨਸ। ਤਾਂ 30 ਦੇ ਸਾਹਮਣੇ ਵੀ 8 ਤੇ ਨਿਸ਼ਾਨ ਤੇ 35 ਤੇ ਵੀ 8 ਤੇ ਨਿਸ਼ਾਨ ਲਗਾਓ। ਬਸ ਇਹਨਾਂ ਨੂੰ ਮੈਚ ਕਰ ਦਿਓ 35 ਤੱਕ, ਇੱਧਰ 30 ਤੱਕ, ਫਿਰ ਇਹਨਾਂ ਨੂੰ ਆਪਸ ਵਿੱਚ ਵੀ ਮੈਚ ਕਰ ਦਿਓ ਦੋਵੇਂ ਡਾਟਸ ਨੂੰ। ਨੈਕਸਟ ਕੀ ਹੈ 13 1 3 13 12 ਐਂਡ 14। ਆਪਣੇ ਕੋਲ 13 ਨਹੀਂ ਹੈਗਾ ਰਾਈਟ, ਬਟ ਇਹ ਕੀ ਇਹਨਾਂ ਦੇ ਵਿਚਕਾਰ ਹੋ ਜਾਊਗਾ ਰਾਈਟ। 12 13 14 13 ਇੱਥੇ ਆ ਰਿਹਾ ਹੈ ਜੀ 35 ਤੇ 40 ਤੇ 40 to 45 ਕਿੰਨਾ ਹੈ ਜੀ 15 14 15 16 15 ਤੱਕ 45 to 50 10। ਦੇਖੋ ਜੀ 10 ਦੇ ਆ ਬਿਲਕੁਲ ਸਾਹਮਣੇ ਨਿਸ਼ਾਨ ਲਗਾਇਆ ਆਪਾਂ ਨੇ, ਇਹਨੂੰ ਕੰਬਾਈਨ ਕਰਤਾ, ਇਹਨੂੰ ਜੁਆਇਨ ਕਰਤਾ ਆਪਾਂ ਨੇ 50 ਤੱਕ। 50 to 55 12 50 to 55 12 ਆਏ ਰਿਹਾ ਜੀ। ਲਓ ਜੀ 4 8 35 to 40 13 40 to 45 15 45 to 50 10 50 to 55 12। ਹਾਂਜੀ ਫੋਰਥ ਸਮ ਦੇ ਵਿੱਚ ਕੀ ਦਿੱਤਾ ਹੈ ਕਲਾਸ ਇੰਟਰਵਲ 10 to 15 15 to 20 20 to 25 ਰਾਈਟ, ਤੇ ਫ੍ਰੀਕੁਐਂਸੀ ਦਿੱਤੀ ਹੋਈ ਹੈ 26 18 30 15। ਤੇ ਆਪਾਂ ਬਣਾਉਣੇ ਆ ਗ੍ਰਾਫ। ਹਾਂਜੀ ਐਕਸ ਐਕਸਿਸ ਤੇ ਵਾਈ ਐਕਸਿਸ ਡਰਾ ਕਰ ਲਿਆ ਆਪਾਂ ਨੇ। ਠੀਕ ਹੈ ਜੀ। ਇੱਧਰ ਨੂੰ ਦੇਖੋ ਐਕਸ ਐਕਸਿਸ ਦੇ ਅਲੋਂਗ ਕੀ ਦਿੱਤਾ ਹੋਇਆ ਜੀ ਕਲਾਸ ਇੰਟਰਵਲ, ਲਿਖਾਂਗੇ ਕਲਾਸ ਇੰਟਰਵਲ ਐਂਡ ਵਾਈ ਐਕਸਿਸ ਦੇ ਅਲੋਂਗ ਆਪਾਂ ਨੇ ਲੈਣੀ ਆ ਫ੍ਰੀਕੁਐਂਸੀ। ਕਲਾਸ ਇੰਟਰਵਲ ਕਿਦਾਂ ਦਿੱਤਾ ਹੋਇਆ ਜੀ 10 to 15 ਤੋਂ ਸਟਾਰਟ ਹੋ ਰਿਹਾ ਆਪਣਾ। ਠੀਕ ਹੈ ਜੀ। ਕਲਾਸ ਇੰਟਰਵਲ ਆਪਾਂ ਫਸਟ ਲੈਣਾ ਹੈ 10 15 15 to 20 ਰਾਈਟ, 20 25 ਅਪ ਟੂ ਕਿੱਥੇ ਤੱਕ ਜਾ ਰਿਹਾ ਹੈ ਜੀ 40 ਤੱਕ। ਆਪਾਂ 40 ਤੱਕ 40 to 45 ਲੈ ਲਿਆ ਜੀ ਲਾਸਟ ਵਾਲਾ। ਠੀਕ ਹੈ ਜੀ। ਤੇ ਫ੍ਰੀਕੁਐਂਸੀ ਦੇਖੋ ਮੈਕਸਿਮਮ 35 ਤੱਕ ਹੈ, 26 18 30 15 24 35 ਮੈਕਸਿਮਮ 35 ਤੱਕ ਹੈ। ਇਹ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਨੇ ਇਹ ਗ੍ਰਾਫ ਦੇ ਵਿੱਚ ਜਿਹੜੀਆਂ ਇੱਧਰ ਵਾਲੀਆਂ ਵੈਲਿਊਜ਼ ਨੇ ਕਿੱਦਾਂ ਲੈਣੀਆਂ ਨੇ। ਜਿੱਦਾਂ ਮੈਂ 4 8 12 16 20 24 28 32 36 ਲੈਤੀਆਂ ਨੇ, ਤੁਸੀਂ 5 ਕਰਕੇ ਵੀ ਲੈ ਸਕਦੇ ਸੀ 5 10 15 20 25 30। ਠੀਕ ਹੈ ਜੀ। ਤੁਸੀਂ 2 4 6 8 ਕਰਕੇ ਵੀ ਲੈ ਸਕਦੇ ਸੀ। ਅਗਰ ਆਪਾਂ 2 4 ਕਰਕੇ ਲੈਂਦੇ ਤਾਂ ਇਹ ਨਹੀਂ ਕਾਫੀ ਜ਼ਿਆਦਾ ਵੱਡਾ ਚਲਾ ਜਾਣਾ ਸੀ ਗ੍ਰਾਫ ਨੇ। ਮੈਂ 4 8 12 16 ਇਦਾਂ ਕਰਕੇ ਲੈ ਰਹੀ ਹਾਂ। ਠੀਕ ਹੈ। ਬਸ ਧਿਆਨ ਰੱਖਣਾ ਹੈ ਕਿ ਜਿਹੜੀ ਫ੍ਰੀਕੁਐਂਸੀ ਤੁਸੀਂ ਮੈਂਸ਼ਨ ਕਰਨੀ ਆ ਉਹ ਇਹਨਾਂ ਨੰਬਰਸ ਦੇ ਵਿਚਕਾਰ ਤੁਸੀਂ ਕਰ ਸਕਦੇ ਹੋ। ਸਭ ਤੋਂ ਪਹਿਲਾਂ ਕੀ ਦੇਖਣਾ ਪਏਗਾ ਕਿ ਕਲਾਸ ਇੰਟਰਵਲ ਕਿੱਥੋਂ ਸਟਾਰਟ ਹੋ ਰਿਹਾ 10 to 15 ਮਤਲਬ 0 ਤੋਂ ਨਹੀਂ ਸਟਾਰਟ ਹੋ ਰਿਹਾ। ਤਾਂ ਅਗੇਨ ਕੀ ਕਰਨਾ ਪਏਗਾ ਕਿੰਕ ਦਾ ਸਾਈਨ ਬਣਾਵਾਂਗੇ ਜੀ ਆਪਾਂ, ਕਿਉਂਕਿ ਨੈਕਸਟ ਕਲਾਸ ਦਾ ਸਾਈਜ਼ ਹੈ ਜੋ ਉਹ 5 ਹੈ ਤੇ ਇੱਥੇ ਆਪਾਂ 0 ਤੋਂ ਬਾਅਦ ਵਿੱਚ ਫਸਟ ਕਿਹੜਾ ਲੈ ਰਹੇ ਹਾਂ ਜੀ ਨੰਬਰ 10। ਕਿੰਕ ਦਾ ਸਾਈਨ ਬਣਾਓ। ਠੀਕ ਹੈ ਜੀ। ਉਸ ਤੋਂ ਬਾਅਦ ਚੋਂ 10 ਤੋਂ ਸਟਾਰਟ ਕਰ ਦਿੰਦੇ ਆ ਬਣਾਉਣਾ ਗ੍ਰਾਫ। ਫ੍ਰੀਕੁਐਂਸੀ ਫਸਟ ਕੀ ਹੈ ਜੀ 26। ਦੇਖੋ ਆਪਾਂ ਨੇ ਇੱਥੇ 4 ਨੰਬਰ ਦਾ ਗੈਪ ਰੱਖਿਆ ਹੈ ਫ੍ਰੀਕੁਐਂਸੀ ਦੇ ਵਿਚਕਾਰ ਰਾਈਟ। 24 ਤੋਂ ਬਾਅਦ ਚੋਂ ਆਪਣੇ 28 ਨੰਬਰ ਮੈਂਸ਼ਨ ਕੀਤਾ ਹੈ ਰਾਈਟ। 24 28 ਤਾਂ 26 ਇਹਦੇ ਬਿਲਕੁਲ ਸੈਂਟਰ 'ਚ ਹੋਏਗਾ ਰਾਈਟ। 26 ਦੇ ਸਾਹਮਣੇ 10 to 15 ਤੇ ਨਿਸ਼ਾਨ ਲਗਾਉਣੇ ਆ, ਇਹਨੂੰ ਆਪਸ 'ਚ ਜੁਆਇਨ ਕਰਾਂਗੇ 10 to 15 ਤੱਕ। ਇੱਕ ਰੈਕਟੈਂਗਲ ਰੈਡੀ ਹੋ ਜਾਏਗੀ ਰਾਈਟ, ਬਾਹਰ ਬਣ ਜਾਏਗੀ ਆਪਣੀ। ਹਾਂਜੀ 15 to 20 ਕਿੰਨਾ ਹੈ ਜੀ 18 16 20 18 ਕਿੱਥੇ ਆਏਗਾ ਜੀ 16 ਤੇ 20 ਦੇ ਬਿਲਕੁਲ ਸੈਂਟਰ 'ਚ 18। ਇੱਥੇ ਵੀ ਬਾਹਰ ਬਣ ਜਾਏਗੀ ਜੀ ਸੇਮ। ਨੈਕਸਟ ਕਿੰਨਾ ਹੈ 20 to 25 30 28 30 32 ਇੱਥੇ ਨਿਸ਼ਾਨ ਲਗਾਵਾਂਗੇ 30 ਦੇ ਬਿਲਕੁਲ ਸਾਹਮਣੇ। 20 ਤੇ 25 ਦੇ ਲਈ 20 ਤੇ 25 ਨੂੰ ਜੁਆਇਨ ਕਰਾਂਗੇ ਡਾਟਸ ਦੇ ਨਾਲ। ਇਹਨਾਂ ਡਾਟਸ ਨੂੰ ਵੀ ਆਪਸ ਜੁਆਇਨ ਕਰਤਾ ਆਪਾਂ ਨੇ ਜੀ। ਅੱਗੇ ਕੀ ਆ 15। ਹੁਣ ਦੇਖੋ 12 14 16 14 ਤੇ 16 ਦੇ ਵਿਚਕਾਰ ਬਿਲਕੁਲ ਇਹ 12 ਹੈ, ਇਹ 14 ਹੈ, ਇੱਥੇ ਆਏਗਾ ਇਹ ਜੋ ਤੁਹਾਡੇ ਕੋਲ ਗ੍ਰਾਫ ਨੇ ਨਾ ਮੋਸਟ ਆਫ ਦਾ ਟਾਈਮ ਉਹਨਾਂ ਦੇ ਵਿਚਕਾਰ ਬਰੀਕ ਲਾਈਨਾਂ ਹੁੰਦੀਆਂ ਨੇ, ਤੁਸੀਂ ਉਹਨਾਂ ਨੂੰ ਕਾਊਂਟ ਕਰਨਾ ਹੈ ਉਹ ਲਾਈਨਸ ਨੂੰ। ਲਾਈਕ ਇੱਥੇ ਆਲਮੋਸਟ ਮੋਸਟ ਆਫ ਦਾ ਟਾਈਮ 5 ਲਾਈਨਸ ਹੁੰਦੀਆਂ ਨੇਗੀਆਂ, ਉਹ ਕਾਊਂਟ ਕਰਕੇ ਤੁਸੀਂ ਉਹਨਾਂ ਬਿਲਕੁਲ ਸੈਂਟਰ ਦੇ ਵਿਚਕਾਰ ਤੁਹਾਨੂੰ ਉਹਨੂੰ ਮੈਂਸ਼ਨ ਕਰਨਾ ਪਏਗਾ ਕਿ ਕਿੱਥੇ ਆ ਰਿਹਾ ਰਾਈਟ। ਮੇਰੇ ਕੋਲ ਉਹ ਬਰੀਕ ਲਾਈਨਸ ਵਾਲਾ ਗ੍ਰਾਫ ਨਹੀਂ ਹੈਗਾ, ਇਸ ਲਈ ਮੈਂ ਇਸੇ ਗ੍ਰਾਫ ਤੇ ਤੁਹਾਨੂੰ ਦਿਖਾ ਰਹੀ ਹਾਂ ਕਿ ਕਿਸ ਤਰੀਕੇ ਨਾਲ ਹੋਏਗਾ ਜਦੋਂ ਤੁਸੀਂ ਇਹ ਵਿਚਕਾਰ ਵਾਲੀਆਂ ਬਰੀਕ ਲਾਈਨਾਂ ਨੂੰ ਕਾਊਂਟ ਕਰਨਾ ਹੈ। ਤੇ ਆ ਜਿਹੜੀ ਫ੍ਰੀਕੁਐਂਸੀ ਹੈ ਇਹ ਵੀ ਤੁਸੀਂ ਇਸੇ ਹਿਸਾਬ ਨਾਲ ਰੱਖਣੀ ਹੈ, ਕਿਉਂਕਿ ਉਹ ਲਾਈਨਾਂ ਤੁਹਾਨੂੰ ਬੜੇ ਹੀ ਧਿਆਨ ਨਾਲ ਕਾਊਂਟ ਕਰਨੀਆਂ ਪੈਣਗੀਆਂ ਤੇ ਦੇਖਣਾ ਪਊਗਾ ਤੁਹਾਡਾ ਨੰਬਰ ਕਿੱਥੇ ਆਉਂਦਾ ਉਹਦੇ ਹਿਸਾਬ ਨਾਲ। ਜੇ ਸੈਂਟਰ ਦੇ ਵਿੱਚ ਉਹ ਬਰੀਕ ਲਾਈਨਾਂ ਦੇ ਉੱਪਰ ਬਾਰ ਬਣਨੀ ਹੈ, ਗ੍ਰਾਫ ਉੱਥੇ ਜਾਣਾ ਹੈ, ਤਾਂ ਉਹ ਬਹੁਤ ਧਿਆਨ ਨਾਲ ਉਹ ਲਾਈਨ ਲਗਾਣੀ ਹੈ। ਪੈਨਸਲ ਬਿਲਕੁਲ ਸ਼ਾਰਪ ਰੱਖੋ, ਕਿਉਂਕਿ ਜੇ ਬਰੀਕ ਲਾਈਨ ਦੇ ਉੱਪਰ ਤੁਸੀਂ ਲਾਈਨ ਡਰਾ ਕਰ ਰਹੇ ਹੋ ਤਾਂ ਇੱਧਰ ਉੱਧਰ ਦੂਸਰੀ ਲਾਈਨ ਤੇ ਨਾ ਤੁਸੀਂ ਡਰਾ ਕਰ ਦਿਓ ਲਾਈਨ।
ਲਾਈਨ, ਅਦਰਵਾਈਜ਼ ਤੁਹਾਡੀ ਵੈਲਿਊ ਗਲਤ ਹੋ ਜੂ, ਤੁਹਾਡਾ ਸਾਰਾ ਗ੍ਰਾਫ ਗਲਤ ਹੋ ਜਾਏਗਾ। ਇਸ ਚੀਜ਼ ਦਾ ਪੂਰਾ ਧਿਆਨ ਰੱਖਣਾ ਹੈ ਤੁਸੀਂ ਜਦੋਂ ਗ੍ਰਾਫ ਬਣਾਉਣਾ ਹੈ ਕਿ ਤੁਹਾਡੀ ਪੈਨਸਲ ਸ਼ਾਰਪ ਹੋਵੇ ਤੇ ਜੋ ਸੈਂਟਰ ਵਾਲੀਆਂ ਤੁਸੀਂ ਵਿਚਕਾਰ ਵਾਲੀਆਂ ਬਰੀਕ ਲਾਈਨਸ ਜੋ ਕਾਊਂਟ ਕਰਨੀਆਂ ਨੇ ਉਹ ਬਹੁਤ ਧਿਆਨ ਨਾਲ ਕਰਨੀਆਂ ਨੇ ਜੇ ਉਹਨਾਂ ਨੂੰ ਕਾਊਂਟ ਕਰਨ ਦੀ ਜ਼ਰੂਰਤ ਪੈਂਦੀ ਹੈ ਤੁਹਾਨੂੰ ਤਾਂ। ਅਗਰ ਨਹੀਂ ਤੁਹਾਡਾ ਗ੍ਰਾਫ ਸਿੱਧਾ ਹੈ, ਨੰਬਰਸ ਤੁਹਾਡੇ ਸਾਰੇ ਇੱਥੇ ਮੈਂਸ਼ਨ ਨੇ ਵਾਈ ਐਕਸਿਸ ਤੇ, ਤਾਂ ਕੋਈ ਚੱਕਰ ਨਹੀਂ ਫ੍ਰੀਕੁਐਂਸੀ ਵਾਲੇ। ਅਗਰ ਨਹੀਂ ਹੈਗੇ ਤੁਹਾਨੂੰ ਉਹ ਨੰਬਰ ਫਾਈਂਡ ਆਊਟ ਕਰਨਾ ਪੈਣਾ ਕਿੱਥੇ ਆ ਰਿਹਾ, ਤਾਂ ਬਹੁਤ ਧਿਆਨ ਰੱਖੋ। ਹਾਂਜੀ ਨੈਕਸਟ 30 to 35 24 ਐਂਡ 35 to 40 35 ਅਗੇਨ 32 34 36 ਤੇ 35 ਇੱਥੇ ਆਏਗਾ ਜੀ ਇਹਦੇ ਸੈਂਟਰ। ਲਓ ਜੀ ਆਪਣਾ ਫੋਰਥ ਗ੍ਰਾਫ ਵੀ 26 18 30 ਇਹ ਕਿੰਨੀ ਹੈ ਜੀ 15 ਠੀਕ ਹੈ ਜੀ 24 ਨੈਕਸਟ ਹੈ ਜੀ 35। ਹਾਂਜੀ ਫਿਫਥ ਸਮ ਕੀ ਹੈ, ਡੇਲੀ ਅਰਨਿੰਗ ਇਨ ਰੁਪੀਸ ਦਿੱਤੀ ਹੋਈ ਆ ਠੀਕ ਹੈ ਜੀ, ਨੰਬਰ ਆਫ ਪਰਸਨਸ ਦਿੱਤੇ ਹੋਏ ਨੇਗੇ ਸੈਕੰਡ ਕਾਲਮ ਦੇ ਵਿੱਚ ਠੀਕ ਹੈ ਜੀ। ਆਪਣਾ ਕਲਾਸ ਇੰਟਰਵਲ ਕਿੱਥੋਂ ਸਟਾਰਟ ਹੋ ਰਿਹਾ ਜੀ 450 to 500 500 to 550 550 to 600 600 to 650 ਤੇ ਇਦਾਂ ਹੀ ਨੰਬਰ ਆਫ ਪਰਸਨਸ ਦਿੱਤੇ ਹੋਏ ਨੇ। ਕਿੰਨਿਆਂ ਦੀ ਅਰਨਿੰਗ ਆ ਜਿਹੜੀ 450 to 500 ਦੇ ਵਿਚਕਾਰ ਹੈ 16 ਦੀ ਤੇ 500 to 550 10 ਦੀ ਠੀਕ ਹੈ ਜੀ। ਕਰਦੇ ਹਾਂ ਗ੍ਰਾਫ ਰੈਡੀ ਇਹਦੇ ਲਈ ਵੀ। ਅਗੇਨ ਪਹਿਲਾਂ x ਐਕਸਿਸ ਤੇ y ਐਕਸਿਸ ਡਰਾ ਕਰ ਲਾਂਗੇ। x ਐਕਸਿਸ ਤੇ y ਐਕਸਿਸ ਜਿਸ ਪੁਆਇੰਟ ਦੇ ਉੱਪਰ ਜਾ ਕੇ ਮਿਲ ਰਹੇ ਨੇ 0 ਉੱਤੇ ਹੁੰਦੀ ਹੈ ਰਾਈਟ। ਨੈਕਸਟ ਅਲੋਂਗ x ਐਕਸਿਸ ਕੀ ਲੈਣਾ ਹੈ ਆਪਾਂ ਨੇ, ਡੇਲੀ ਅਰਨਿੰਗ ਜੋ ਦਿੱਤੀ ਹੋਈ ਹੈ ਠੀਕ ਹੈ ਜੀ, ਕਲਾਸ ਇੰਟਰਵਲ ਜੋ ਦਿੱਤਾ ਹੋਇਆ ਉਹ x ਐਕਸਿਸ ਦੇ ਅਲੋਂਗ ਜਾਏਗਾ ਡੇਲੀ ਅਰਨਿੰਗ ਇਨ ਰੁਪੀਸ ਰਾਈਟ, ਡੇਲੀ ਅਰਨਿੰਗ ਇਨ ਰੁਪੀਸ ਇਹ ਜਾਏਗਾ x ਐਕਸਿਸ ਦੇ ਅਲੋਂਗ ਤੇ y ਐਕਸਿਸ ਦੇ ਅਲੋਂਗ ਨੰਬਰ ਆਫ ਪਰਸਨਸ। ਇਧਰ ਆਪਾਂ ਲਿਖਾਂਗੇ ਜੀ ਨੰਬਰ ਆਫ ਪਰਸਨਸ। ਹਾਂਜੀ ਦੇਖੋ ਫਸਟ ਆਪਣਾ ਕਲਾਸ ਇੰਟਰਵਲ ਕਿੱਥੋਂ ਸਟਾਰਟ ਹੋ ਰਿਹਾ 450 ਤੋਂ, ਇਸ ਕਰਕੇ 0 ਤੋਂ ਬਾਅਦ ਚੋਂ ਪਹਿਲਾਂ ਆਪਾਂ 450 ਲਿਖਿਆ ਹੈ ਜੀ ਫਸਟ ਨੰਬਰ ਤੇ ਹੀ। ਇੱਥੇ ਕੀ ਕਰਨਾ ਪਊਗਾ ਆਪਾਂ ਨੂੰ, ਕਿੰਕ ਦਾ ਸਾਈਨ ਬਣਾਉਣਾ ਪਊਗਾ ਰਾਈਟ। 450 500 550 600 ਅਪ ਟੂ ਕਿੰਨਾ ਹੈ ਜੀ 750 ਮੈਕਸਿਮਮ 800 ਤੱਕ ਆਪਾਂ ਨੇ ਨੰਬਰ ਮੈਂਸ਼ਨ ਕਰ ਲਏ ਜੀ ਅਲੋਂਗ x ਐਕਸਿਸ। ਤੇ ਨੰਬਰ ਆਫ ਪਰਸਨਸ ਕਿੰਨੇ ਨੇ ਜੀ 16 10 12 20। ਫ੍ਰੀਕੁਐਂਸੀ ਦੇ ਵਿੱਚ ਆਪਾਂ ਨੂੰ ਦੇਖਣਾ ਹੁੰਦਾ ਮੈਕਸਿਮਮ ਨੰਬਰ ਕਿੰਨਾ ਹੈ ਜੀ 25 ਮੈਕਸਿਮਮ ਨੰਬਰ ਹੈ। 4 8 12 16 ਇਦਾਂ ਲੈ ਲਈ ਜੀ ਨੰਬਰਿੰਗ ਇਦਾਂ ਕੀਤੀ ਹੈ ਜੀ y ਐਕਸਿਸ ਦੇ ਅਲੋਂਗ। ਮੋਸਟ ਆਫ ਦਾ ਨੰਬਰ ਨੇ ਜਿਹੜੇ ਉਹ 2 ਦੇ ਟੇਬਲ ਤੇ ਜਾਂ 4 ਦੇ ਟੇਬਲ ਤੇ ਡਿਵਾਈਡ ਹੋ ਰਹੇ ਨੇ, ਇਸ ਕਰਕੇ ਆਪਾਂ ਨੇ 4 ਦੇ ਅਕੋਰਡਿੰਗ ਰਾਈਟ ਇੱਥੇ ਨੰਬਰਿੰਗ ਲਈ ਹੈ। ਗੈਪ ਆ ਜਿਹੜਾ ਉਹ 2 ਨੰਬਰਸ ਦੇ ਵਿਚਕਾਰ ਆਪਾਂ ਨੇ 4 ਰੱਖ ਲਿਆ ਹੈ। ਹੁਣ ਦੇਖੋ 450 to 500 ਜੋ ਕਲਾਸ ਇੰਟਰਵਲ ਹੈ ਉਹਦੇ ਵਿਚਕਾਰ ਕਿੰਨੇ ਪਰਸਨ ਦੀ ਅਰਨਿੰਗ ਹੈ ਜੀ 16 ਦੀ ਰਾਈਟ। ਇਸ ਕਰਕੇ ਇੱਥੇ ਇਹ ਵਾਲੀ ਬਾਰ ਕਿੱਥੇ ਤੱਕ ਬਣੇਗੀ ਜੀ 16 ਨੰਬਰ ਤੱਕ। 450 ਦੇ ਬਿਲਕੁਲ ਸਾਹਮਣੇ ਵੀ 16 ਤੱਕ ਆਪਾਂ ਡਾਟ ਲਗਾਵਾਂਗੇ, ਇਸੇ ਤਰ੍ਹਾਂ 500 ਦੇ ਬਿਲਕੁਲ ਸਾਹਮਣੇ 16 ਤੱਕ। ਇਹ ਆਪਣੀ ਬਾਰ ਰੈਡੀ ਕਰਨੀ ਹੈ ਆਪਾਂ ਨੇ ਜੀ, ਇਹਨੂੰ ਆਪਾਂ ਸਟ੍ਰੇਟ ਲਾਈਨਸ ਲਗਾ ਕੇ ਮੈਚ ਕਰ ਦਾਂਗੇ ਜੀ। ਨੈਕਸਟ ਕੀ ਹੈ ਜੀ 10 8 12 10 ਕਿੱਥੇ ਆ ਜਾਏਗਾ ਜੀ ਸੈਂਟਰ 'ਚ। 550 to 600 12 550 to 600 12 ਕਿੱਥੇ ਆ ਗਿਆ ਜੀ ਬਿਲਕੁਲ ਸਾਹਮਣੇ 12 ਦੀ ਲਾਈਨ ਲੱਗ ਜਾਏਗੀ। 600 to 650 20 ਬਿਲਕੁਲ 20 ਦੇ ਸਾਹਮਣੇ ਡਾਟਸ ਲਗਾ ਕੇ ਮੈਚ ਕਰ ਦਾਂਗੇ ਆਪਾਂ। ਅਗੇਨ 25 ਨੈਕਸਟ ਵਾਲਾ ਹੈ 650 to 700 25 24 26 28 25 ਕਿੱਥੇ ਆ ਜਾਏਗਾ ਜੀ 24 ਤੇ 26 ਦੇ ਵਿਚਕਾਰ। ਉਦੋਂ ਹੀ ਤੁਹਾਨੂੰ ਦੱਸਿਆ ਤੁਹਾਡੇ ਬਾਰਸ ਦੀਆਂ ਲਾਈਨ ਕਾਊਂਟ ਕਰਨੀਆਂ ਨੇ ਤੁਸੀਂ ਕਿੰਨੀਆਂ ਨੇਗੀਆਂ, ਜੋ ਗ੍ਰਾਫ ਦੇ ਵਿਚਕਾਰ ਜੋ ਬਰੀਕ ਲਾਈਨ ਨੇ ਤੁਹਾਨੂੰ ਇਹ ਕਾਊਂਟ ਕਰਨੀਆਂ ਪੈਣਗੀਆਂ ਅਗਰ ਤੁਸੀਂ ਇਦਾਂ 4 ਦਾ ਗੈਪ ਰੱਖ ਰਹੇ ਹੋ। ਬੜੇ ਧਿਆਨ ਨਾਲ ਉਹ ਲਾਈਨਸ ਕਾਊਂਟ ਕਰਨੀਆਂ ਨੇ ਤੇ ਦੇਖਣਾ ਹੈ ਕਿ ਉਹਦਾ ਸੈਂਟਰ ਕਿੱਥੇ ਹੈ, ਇਹਨੂੰ ਮੈਚ ਕਰਨਾ ਹੈ ਰਾਈਟ। ਇਹ ਸੈਂਟਰ ਦੇ ਵਿੱਚ ਜੋ ਵੀ ਲਾਈਨ ਹੋਗੀ ਉਹ ਮੈਚ ਹੋਏਗੀ। ਨੈਕਸਟ ਕੀ ਹੈ ਜੀ 12 ਗੇਨ 12 ਦਾ 700 to 750। ਇਹ ਜੋ ਗ੍ਰਾਫ ਨੇ ਉਹ ਸਭ ਤੋਂ ਈਜ਼ੀ ਪਾਰਟ ਹੈ ਮੈਥ ਦਾ। ਇਹਦੇ ਵਿੱਚੋਂ ਕਈ ਵਾਰ ਸਮ ਦੂਸਰੇ ਲੋਟ ਆ ਜਾਂਦੇ ਆ ਕਿ ਤੁਹਾਨੂੰ ਗ੍ਰਾਫ ਦਿੱਤਾ ਹੁੰਦਾ ਤੇ ਤੁਹਾਨੂੰ ਉਹ ਤੋਂ ਤੁਹਾਨੂੰ ਪੁੱਛ ਸਕਦੇ ਆ ਲਾਈਕ ਕਿੰਨੇ ਲੋਕਾਂ ਦੀ ਅਰਨਿੰਗ ਆ ਜੋ 650 to 700 ਦੇ ਵਿਚਕਾਰ ਹੈ ਠੀਕ ਹੈ, ਜਾਂ ਕਿੰਨਾ ਲੋਕਾਂ ਦੀ ਅਰਨਿੰਗ ਆ ਜਿਹੜੀ ਉਹ ਸਭ ਤੋਂ ਘੱਟ ਹੈ, ਕਿੰਨੇ ਨੰਬਰ ਆਫ ਪੀਪਲਸ ਦੀ ਅਰਨਿੰਗ ਘੱਟ ਹੈ ਠੀਕ ਹੈ, ਜਾਂ 600 ਤੋਂ ਵੱਧ ਕਿੰਨੇ ਪੀਪਲ ਦੀ ਅਰਨਿੰਗ ਆ। ਤੁਹਾਨੂੰ ਕਿਸੇ ਵੀ ਤਰੀਕੇ ਦੇ ਕੁਐਸਚਨ ਇਹਨਾਂ ਚੋਂ ਪੁੱਟ ਕਰ ਸਕਦੇ ਆ ਉਹ। ਨੈਕਸਟ ਆਪਾਂ ਨੂੰ ਆਉਣੇ ਆਪਾਂ ਨੇ ਦੇਖਣਾ ਹੀ ਹੈ ਠੀਕ ਹੈ ਜੀ 16 10 12 20 25 12 ਹਾਂਜੀ। 6 ਸਮ ਜੋ ਹੈ ਆਪਾਂ ਨੂੰ ਦਿੱਤਾ ਹੋਇਆ ਜੀ, ਇਹਨੇ ਸਰਵੇ ਆਫ 20 ਪੀਪਲਸ 20 ਲੋਕਾਂ ਤੇ ਕਹਿੰਦੇ ਸਰਵੇ ਕੀਤਾ। ਦਾ ਅਮਾਉਂਟ ਆਫ ਮਨੀ ਵਿਦ them is found to be as follows। ਟਾਈਮ ਤੇ ਜੋ ਉਹਨਾਂ ਕੋਲ ਪੈਸੇ ਸੀ ਉਹਨਾਂ ਨੇ ਲਿਖਤੇ, ਜੋ ਵੀ ਰੁਪਏ ਉਹਨਾਂ ਕੋਲ ਹੈਗੇ ਸੀ 104 ਨੇ ਫਸਟ ਕੋਲ, ਨੈਕਸਟ ਕੋਲ 98 ਫਿਰ 98 ਅਗਲੇ ਕੋਲ 88 ਲਾਈਕ ਜੋ ਵੀ ਉਹਨਾਂ ਕੋਲ ਅਮਾਉਂਟ ਆਫ ਮਨੀ ਸੀ ਉਹਨਾਂ ਨੇ ਉਸ ਟਾਈਮ ਤੇ ਸਰਵੇ ਕਰਕੇ ਉਹ ਨੀਚੇ ਆਪਾਂ ਨੂੰ ਦੇਤੀ ਕਿ 20 ਲੋਕਾਂ ਕੋਲ ਕਿੰਨੇ ਕਿੰਨੇ ਪੈਸੇ ਸੀ ਉਸ ਟਾਈਮ। ਡਰਾ ਏ ਹਿਸਟੋਗ੍ਰਾਮ ਆਫ ਦਾ ਫ੍ਰੀਕੁਐਂਸੀ ਡਿਸਟ੍ਰੀਬਿਊਸ਼ਨ ਆਫ ਦਾ ਅਬਵ ਡਾਟਾ ਠੀਕ ਹੈ ਜੀ। ਹਿਸਟੋਗ੍ਰਾਮ ਬਣਾਉਣਾ ਹੈ ਆਪਾਂ ਨੇ ਟੇਕਿੰਗ ਵਨ ਆਫ ਦਾ ਕਲਾਸ ਇੰਟਰਵਲ 50 to 100। ਆਪਾਂ ਨੇ ਕਲਾਸ ਇੰਟਰਵਲ ਇਹ ਦੱਸ ਚੁੱਕਿਆ ਕਿਹੜਾ ਲੈਣਾ ਹੈ 50 to 100 ਰਾਈਟ। ਲਾਈਕ ਉਹਨੇ ਸਿਰਫ ਇਹ ਦੱਸਿਆ ਕਿ ਕਲਾਸ ਦਾ ਸਾਈਜ਼ 50 ਹੋਏਗਾ ਰਾਈਟ। ਤੇ ਹੁਣ ਆਪਾਂ ਨੂੰ ਪਹਿਲਾਂ ਤਾਂ ਸਭ ਤੋਂ ਇਹ ਚ ਜਿੱਦਾਂ ਆਪਾਂ ਰੇਂਜ ਫਾਈਂਡ ਆਊਟ ਕਰਦੇ ਹੁੰਦੇ ਆ ਠੀਕ ਹੈ ਜੀ, ਲੋਐਸਟ ਵੈਲਿਊ ਤੇ ਹਾਈਐਸਟ ਵੈਲਿਊ ਦੇਖਾਂਗੇ। ਦੇਖੋ 104 98 88 88 ਤੋਂ ਲੋਐਸਟ ਰੇਂਜ ਆਪਾਂ ਲਿਖਾਂਗੇ ਜੀ। ਲੋਐਸਟ ਆਪਣੇ ਕੋਲ ਕੀ ਹੈ 88 ਤੇ ਹਾਈਐਸਟ ਦੇਖੋ 104, ਉਸ ਤੋਂ ਅੱਗੇ ਨੈਕਸਟ 107 ਹੈ 116 ਹੈ 121 133 146 159 170
172 185 225 है जो वो ਹਾਈਐਸਟ ਵੈਲਿਊ ਹੈ ਆਪਣੇ ਕੋਲ, ਠੀਕ ਹੈ ਜੀ 225। ਤਾਂ ਇਹਦੇ ਅਕੋਰਡਿੰਗ ਆਪਾਂ ਨੇ ਹੁਣ ਕਲਾਸ ਇੰਟਰਵਲ ਬਣਾਉਣਾ ਹੈ। ਫਸਟ ਕੀ ਜਾਏਗਾ 88 ਆ 50 to 100 ਦੇ ਵਿਚਕਾਰ, ਰਾਈਟ। ਉਹਨਾਂ ਨੇ ਆਪਾਂ ਨੂੰ ਕਿਹਾ ਹੀ ਹੈ ਕਿ ਕਲਾਸ ਸਾਈਜ਼ 50 ਦਾ ਹੋਣਾ ਚਾਹੀਦਾ ਹੈ ਤੇ ਕਲਾਸ ਇੰਟਰਵਲ ਕੀ ਹੋਊਗਾ 50 to 100। ਸਟਾਰਟ ਕਰਾਂਗੇ ਆਪਾਂ। ਪਹਿਲਾ ਕਾਲਮ ਬਣਾਵਾਂਗੇ ਜੀ ਮਨੀ, ਦੂਸਰਾ ਟੈਲੀ ਮਾਰਕਸ ਤੇ ਥਰਡ ਫ੍ਰੀਕੁਐਂਸੀ ਦਾ। ਹੁਣ ਇੱਥੇ ਆਪਾਂ ਲਿਖਾਂਗੇ ਜੀ ਜੋ ਕਲਾਸ ਇੰਟਰਵਲ ਹੈ 50 to 100 100 to 150 150 to 200 200 to 250। ਪਿਛਲੇ ਜੋ ਸਮਸ ਨੇ ਉਹਨਾਂ ਦੇ ਵਿੱਚ ਆਪਾਂ ਨੂੰ ਆਲਰੇਡੀ ਇਹ ਟੇਬਲ ਗਿਵਨ ਸੀਗਾ, ਰਾਈਟ। ਤੇ ਇੱਥੇ ਆਪਾਂ ਨੂੰ ਇਹ ਟੇਬਲ ਤਿਆਰ ਕਰਨਾ ਪਏਗਾ, ਠੀਕ ਹੈ ਜੀ। ਤੁਸੀਂ ਦੇਖ ਵੀ ਸਕਦੇ ਹੋ ਪਿਛਲੇ ਸਮਸ ਦੇ ਵਿਚਕਾਰ ਆਪਾਂ ਨੂੰ ਕਲਾਸ ਇੰਟਰਵਲ ਐਂਡ ਫ੍ਰੀਕੁਐਂਸੀ ਗਿਵਨ ਸੀ। ਇਹੀ ਦੋਵੇਂ ਆਪਾਂ ਨੂੰ ਹਿਸਟੋਗ੍ਰਾਮ ਬਣਾਉਣ 'ਚ ਕੰਮ ਆਉਣੇ ਆ। ਇਸ ਕਰਕੇ ਪਹਿਲਾਂ ਆਪਾਂ ਨੂੰ ਇਹ ਟੇਬਲ ਤਿਆਰ ਕਰਨਾ ਪਏਗਾ, ਰਾਈਟ। ਅਪ ਟੂ ਕਿੰਨੇ ਤੱਕ ਹੈ ਜੀ? ਮੈਕਸਿਮਮ ਰੇਂਜ ਕਿੰਨੀ ਹੈ ਜੀ 225। ਇਸ ਕਰਕੇ 200 to 250 ਆਪਾਂ ਮੈਕਸਿਮਮ ਲੈ ਲਾਂਗੇ ਇਹਦੇ ਵਿੱਚ ਕਲਾਸ ਇੰਟਰਵਲ। ਹਾਂਜੀ, ਹੁਣ ਆਪਾਂ ਨੂੰ ਟੈਲੀ ਮਾਰਕਸ ਕਾਊਂਟ ਕਰਨੇ ਪੈਣਗੇ ਜੀ 104 ਕਿਹਦੇ 'ਚ ਜਾਏਗਾ ਜੀ 100 to 150 ਦੇ ਵਿਚਕਾਰ। ਇੱਥੇ ਆਪਾਂ ਨੰਬਰ 1 ਲਿਖਾਂਗੇ। ਹਾਂਜੀ, ਨੈਕਸਟ ਹੈ 98 50 to 100 ਦੀ ਰੇਂਜ ਦੇ ਵਿੱਚ ਜਾਏਗਾ ਜੀ। ਅਗਲਾ ਫੇਰ 98, ਨੈਕਸਟ 88 ਫੇਰ ਸੇਮ 50 to 100 ਦੇ ਕਲਾਸ ਇੰਟਰਵਲ ਦੇ ਵਿੱਚ ਜਾਏਗਾ, ਰਾਈਟ। ਨੈਕਸਟ 91 ਅਗੇਨ 50 to 100 ਦੇ ਇੰਟਰਵਲ ਦੇ ਵਿੱਚ। ਨੈਕਸਟ 99 1 2 3 4 5। ਨੈਕਸਟ ਹੈ 107 100 to 150 ਦੇ ਵਿਚਕਾਰ। 109 116 121 121। ਨੈਕਸਟ 133 146 159 150 to 200 172 150 to 200 185 ਸੇਮ 150 to 200 ਦੀ ਰੇਂਜ ਦੇ ਵਿੱਚ। 197 ਅਗੇਨ 150 to 200 209 200 to 250 225 ਅਗੇਨ 200 to 250 ਤੇ 108 100 to 150। ਕਾਊਂਟ ਕਰਾਂਗੇ ਜੀ। ਫ੍ਰੀਕੁਐਂਸੀ ਲਿਖਾਂਗੇ ਟੈਲੀ ਮਾਰਕਸ ਨੂੰ ਕਾਊਂਟ ਕਰਕੇ। 50 to 100 ਦੇ ਵਿਚਕਾਰ ਕਿੰਨੀ ਹੈ ਜੀ 5 100 to 150 5 6 7 8 9 9 150 to 200 1 2 3 4 200 to 250 2। ਓਕੇ ਜੀ, ਹੁਣ ਇਹਦਾ ਟੋਟਲ 20 ਹੋਣਾ ਚਾਹੀਦਾ ਕਿਉਂਕਿ 20 ਪੀਪਲ ਦਾ ਸਰਵੇ ਸੀ, ਰਾਈਟ। ਇਹ ਦੇਖੋ ਫ੍ਰੀਕੁਐਂਸੀ ਦਾ ਟੋਟਲ 9 + 5 14 14 + 4 18 + 2 20, ਠੀਕ ਹੈ ਜੀ। ਇਟ ਮੀਨਸ ਆਪਣਾ ਟੇਬਲ ਸਹੀ ਬਣਿਆ ਹੈ, ਸਿਰਫ ਆਪਾਂ ਨੇ ਆਪਣਾ ਗ੍ਰਾਫ ਰੈਡੀ ਕਰਨਾ ਹੈ। ਦੇਖੋ ਅਗੇਨ ਸੇਮ x ਐਕਸਿਸ ਤੇ y ਐਕਸਿਸ ਲੈ ਲਿਆ ਆਪਾਂ ਨੇ, ਠੀਕ ਹੈ ਜੀ। x ਐਕਸਿਸ ਦੇ ਅਲੋਂਗ ਕੀ ਹੈ ਜੀ ਜੋ ਕਲਾਸ ਇੰਟਰਵਲ ਕਾਹਦਾ ਦਿੱਤਾ ਹੋਇਆ ਉਹ ਮਨੀ ਦਾ ਦਿੱਤਾ ਹੋਇਆ, ਮਨੀ ਲਿਖ ਲਈ ਜੀ। ਇਧਰ ਨੂੰ ਵੇਰੀ ਕਰ ਰਹੀ ਆ। ਤੇ y ਐਕਸਿਸ ਦੇ ਅਲੋਂਗ ਕੀ ਨੇ ਨੰਬਰ ਆਫ ਪੀਪਲਸ ਨੇ, ਰਾਈਟ। 20 ਲੋਕਾਂ ਦਾ ਸਰਵੇ ਸੀ, ਰਾਈਟ। ਨੰਬਰ ਆਫ ਪੀਪਲਸ, ਠੀਕ ਹੈ। ਤੇ ਫ੍ਰੀਕੁਐਂਸੀ ਦੇਖੋ ਆਪਣੀ ਮੈਕਸਿਮਮ ਕਿੱਥੇ ਤੱਕ ਹੈ 9 ਤੱਕ। ਤਾਂ ਆਪਾਂ ਨੇ 2 4 6 8 10 ਲੈ ਲਿਆ, ਚਾਹੇ 1 2 3 4 ਲੈ ਲਓ, ਤੁਹਾਡੀ ਆਪਣੀ ਇੱਛਾ ਹੈ, ਵਿੱਚ ਕੋਈ ਕੰਪਲਸਰੀ ਨਹੀਂ ਹੈ, ਠੀਕ ਹੈ ਜੀ। ਬਣਾਉਣੇ ਆ ਗ੍ਰਾਫ। ਅਗੇਨ ਕਰਦੇ ਆ ਰੈਡੀ। ਦੇਖੋ 0 to 50 50 to 100 100 to 150। ਕਲਾਸ ਦਾ ਸਾਈਜ਼ ਕਿੰਨਾ ਹੈ ਜੀ 50 ਦਾ। ਆਪਣੀ ਕਲਾਸ ਸਟਾਰਟ ਕਿੱਥੋਂ ਹੋ ਰਹੀ ਹੈ ਜੀ 50 to 100 50 to 100 ਸਟਾਰਟ ਹੋ ਰਹੀ ਹੈ 0 to 50। ਪਰ ਇੱਥੇ ਵੀ ਕਲਾਸ ਦਾ ਜੋ ਸਾਈਜ਼ ਹੈ ਉਹ ਸੇਮ ਹੈ 0 to 50, ਰਾਈਟ। ਜੇ ਇੱਥੇ ਕਲਾਸ ਦਾ ਸਾਈਜ਼ ਡਿਫਰੈਂਟ ਹੁੰਦਾ, ਨਹੀਂ ਕਿ ਇੱਥੇ 0 ਤੋਂ ਬਾਅਦ ਚੋਂ 100 ਤੇ ਸਟਾਰਟ ਹੋ ਰਿਹਾ ਹੁੰਦਾ ਤੇ ਉਦੋਂ ਬਾਅਦ ਚੋਂ ਕਲਾਸ ਸਾਈਜ਼ 50 ਹੁੰਦਾ, ਤਾਂ ਆਪਾਂ ਨੂੰ ਕਿੰਕ ਦਾ ਸਾਈਨ ਬਣਾਉਣ ਦੀ ਜ਼ਰੂਰਤ ਸੀ। ਹੁਣ ਆਪਾਂ ਕਿੰਕ ਦਾ ਸਾਈਨ ਨਹੀਂ ਵੀ ਬਣਾਵਾਂਗੇ ਤਾਂ ਕੋਈ ਪ੍ਰੋਬਲਮ ਨਹੀਂ ਹੈ ਕਿਉਂਕਿ ਇਹ ਕੰਟੀਨਿਊ ਹੀ ਹੋ ਰਹੀ ਹੈ। ਕਲਾਸ ਦਾ ਸਾਈਜ਼ ਕੰਟੀਨਿਊ ਹੋ ਰਿਹਾ ਹੈ, ਠੀਕ ਹੈ, ਵਿੱਚ ਕੋਈ ਗੈਪ ਤਾਂ ਨਹੀਂ ਹੈ, ਰਾਈਟ। ਬਸ ਫਸਟ ਆਪਾਂ ਬਾਹਰ ਨਹੀਂ ਬਣਾਵਾਂਗੇ 0 ਤੇ ਆਪਾਂ ਬਾਹਰ ਨਹੀਂ ਬਣਾਵਾਂਗੇ, ਉਦੋਂ ਅੱਗੇ ਬਾਹਰ ਕੰਟੀਨਿਊ ਹੋਏਗੀ। 50 to 100 5 ਦੇਖੋ ਜੀ 2 4 5 6 4 ਤੇ 6 ਦੇ ਵਿਚਕਾਰ ਆ ਗਿਆ ਨਾ 5। ਇੱਥੇ ਨਿਸ਼ਾਨ ਲਗਾਵਾਂਗੇ ਦੋਵੇਂ ਸਾਈਡ ਤੇ ਇਹਨੂੰ ਮੈਚ ਕਰ ਦਾਂਗੇ 50 to 100 ਤੱਕ। ਹਾਂਜੀ, ਨੈਕਸਟ 9 ਤੱਕ 100 to 150, ਠੀਕ ਹੈ ਜੀ। 8 9 10 150 to 200 ਕਿੰਨੀ ਫ੍ਰੀਕੁਐਂਸੀ ਹੈ ਜੀ 4। ਨੰਬਰ ਆਫ ਪੀਪਲ ਕਿੰਨੇ ਆ 4 ਤੱਕ। ਦੇਖੋ 4 ਦੇ ਸਾਹਮਣੇ ਬਾਹਰ ਰੈਡੀ ਕਰਨੀ ਹੈ ਆਪਾਂ ਨੇ, ਡਾਟਸ ਲਗਾਵਾਂਗੇ 4 ਤੱਕ। ਨੈਕਸਟ 200 to 250 2 5 ਸੈਕਿੰਡ 9 3rd 4 200 to 250 2। ਨੈਕਸਟ ਸਮ ਸੇਮ 6 ਸਮ ਦੇ ਨਾਲ ਦਾ ਹੀ ਸਮ ਹੈ। The marks obtained by 40 student of class 8 in an examination are given below, ਠੀਕ ਹੈ ਜੀ। ਕਲਾਸ 8 ਦੇ 40 ਬੱਚਿਆਂ ਦੇ ਮਾਰਕਸ ਦਿੱਤੇ ਹੋਏ ਆ, ਠੀਕ ਹੈ ਜੀ। ਇਹ ਸਾਰੇ ਕਿੰਨੇ ਕਿੰਨੇ ਉਹਨਾਂ ਦੇ ਮਾਰਕਸ ਆਏ ਆ। Prepare a frequency distribution using one of the class as 15 to 20। ਕਲਾਸ ਦਾ ਸਾਈਜ਼ ਦਿੱਤਾ ਹੈ ਆਪਾਂ ਨੂੰ ਉਹਨਾਂ ਨੇ 15 to 20। ਤਾਂ ਕਲਾਸ ਦਾ ਸਾਈਜ਼ ਕਿੰਨਾ ਆ ਗਿਆ ਜੀ 5, ਠੀਕ ਹੈ ਜੀ। Draw a histogram also, ਠੀਕ ਹੈ। ਪਹਿਲਾਂ ਤਾਂ ਕਹਿੰਦੇ frequency distribution table ਵੀ ਬਣਾਉਣਾ ਹੈ ਤੇ ਫਿਰ histogram ਬਣਾਉਣਾ ਹੈ, ਠੀਕ ਹੈ ਜੀ। ਤੇ ਕਲਾਸ ਇੰਟਰਵਲ ਹਾਈਐਸਟ ਤੋਂ ਲੋਐਸਟ ਮਾਈਨਸ ਕਰ ਦਿੰਦੇ ਹੁੰਦੇ ਆ। 20 ਚੋਂ 15 ਮਾਈਨਸ ਕੀਤਾ 5 ਹੈ, ਠੀਕ ਹੈ ਜੀ। ਤੇ ਹੁਣ ਆਪਾਂ ਰੇਂਜ ਫਾਈਂਡ ਆਊਟ ਕਰਨੀ ਹੈ। ਸਭ ਤੋਂ ਪਹਿਲਾਂ ਦੇਖੋ ਜੀ ਮਾਰਕਸ ਦੀ ਰੇਂਜ ਕਿੱਥੇ ਤੱਕ ਹੈ। ਘੱਟ ਤੋਂ ਘੱਟ ਮਾਰਕਸ ਕਿੰਨੇ ਆ ਤੇ ਜ਼ਿਆਦਾ ਤੋਂ ਜ਼ਿਆਦਾ ਕਿੰਨੇ ਆ, ਠੀਕ ਹੈ ਜੀ। ਦੇਖੋ 8 6 5 2 1 3 1 ਕਿੰਨੇ ਆ ਜੀ 1 ਆ ਜੋ ਸਭ ਤੋਂ ਲੋਐਸਟ ਨੰਬਰ ਹੈ ਮਾਰਕਸ ਦਾ। 1 2 ਕਿੰਨੇ ਤੱਕ ਹੈ 18 16 23 23 20 20 21 23 ਹੈ ਜੋ ਮੈਕਸਿਮਮ ਹੈ। 1 to 23 ਆ। ਤਾਂ ਕਲਾਸ ਦਾ ਸਾਈਜ਼ ਆਪਾਂ ਨੂੰ ਪਤਾ 5। ਕਲਾਸ ਇੰਟਰਵਲ ਕਿੱਦਾਂ ਲਵਾਂਗੇ ਜੀ 0 to 5 5 to 10 10 to 15 15 to 20 ਐਂਡ 20 to 25 ਆਪਣਾ ਮੈਕਸਿਮਮ ਹੋਏਗਾ ਕਿਉਂਕਿ ਬੱਚਿਆਂ ਦੇ ਮਾਰਕਸ ਨੇ ਜੋ ਮੈਕਸਿਮਮ ਕਿੰਨੇ ਨੇ ਜੀ 23, ਠੀਕ ਹੈ ਜੀ। ਨੈਕਸਟ ਕਾਲਮ ਟੈਲੀ ਮਾਰਕਸ ਦਾ ਤੇ ਅਗਲਾ ਫ੍ਰੀਕੁਐਂਸੀ ਦਾ। ਚਲੋ ਜੀ ਟੈਲੀ
ਮਾਰਕਸ ਕਾਊਂਟ ਕਰਦੇ ਹਾਂ। ਫਸਟ ਹੈ 18 ਜਾਏਗਾ 15 to 20 ਵਾਲੇ ਕਾਲਮ ਦੇ ਵਿਚਕਾਰ, ਆਪਾਂ ਇੱਥੇ 1 ਲਿਖਾਂਗੇ। ਨੈਕਸਟ 8 5 to 10 ਵਾਲੇ ਕਾਲਮ ਦੇ ਬਿਲਕੁਲ ਸਾਹਮਣੇ ਆਪਾਂ 1 ਲਿਖਾਂਗੇ। 12 10 to 15 ਵਾਲੇ ਕਾਲਮ ਦੇ ਸਾਹਮਣੇ 1 6 5 to 10 ਵਾਲੇ ਅਗੇਨ ਕਾਲਮ 'ਚ ਜਾਏਗਾ। 8 ਅਗੇਨ 5 to 10 ਕਾਲਮ 'ਚ। 16 15 to 20 ਦੇ ਵਿਚਕਾਰ। 12 10 to 15 5 ਜੋ 5 ਹੈ ਉਹ ਆਪਾਂ ਨੂੰ ਪਤਾ ਹੈ ਆਪਾਂ 0 to 5 ਵਾਲੇ ਕਾਲਮ ਦੀ ਰੇਂਜ ਨਹੀਂ ਲਿਖਾਂਗੇ। 0 to 5 ਦੇ ਇੰਟਰਵਲ 'ਚ ਨਹੀਂ ਆਏਗਾ, ਇਹ 5 to 10 ਦੇ 'ਚ ਆਏਗਾ। ਜਿੱਥੇ 5 ਲੋਐਸਟ ਵੈਲਿਊ ਆ 5 ਉੱਥੇ ਕਾਊਂਟ ਹੋਏਗਾ ਜੀ। 23 20 to 25 16 15 to 22 0 to 5 23 20 to 25 7 5 to 10 12 10 to 15 20 20 to 25 again 16 15 to 20 9 5 to 10 7 5 to 10 5 5 to 10 6 5 to 10 again 5 5 to 10 3 0 to 5 13 10 to 15 21 20 to 25 13 10 to 15 20 20 to 25 15 15 to 20 7 5 to 10 1 0 to 5 21 20 to 25 20 again 20 to 25 18 15 to 20 13 10 to 15 23 20 to 25 15 15 to 20 18 15 to 20 7 5 to 10 17 15 to 20 16 15 to 23 ठीक है जी। टैली मार्क्स काउंट करके लिखो। फ्रीक्वेंसी 0 to 5 है 4 5 10 12 5 plus 1 6 10 5 6 7 8। अपनी फ्रीक्वेंसी ਦਾ ਟੋਟਲ ਜੋ ਹੈ ਉਹ 40 ਆਣਾ ਚਾਹੀਦਾ ਜੀ। ਤੇ ਤੁਸੀਂ ਟੋਟਲ ਕਰਕੇ ਦੇਖੋ ਇਹਦਾ 40 ਆ ਰਿਹਾ ਹੈ ਜੀ। ਇਟ ਮੀਨਸ ਆਪਣਾ ਟੇਬਲ ਸਹੀ ਹੈ। ਹਿਸਟੋਗ੍ਰਾਮ ਬਣਾਉਣੇ ਆ ਜੀ। ਅਗੇਨ ਇੱਕ ਗ੍ਰਾਫ ਲਵਾਂਗੇ। x ਐਕਸਿਸ ਤੇ y ਐਕਸਿਸ ਲਿਆ ਆਪਾਂ ਨੇ, ਠੀਕ ਹੈ ਜੀ। x ਐਕਸਿਸ ਦੇ ਅਲੋਂਗ ਕੀ ਹੈ ਜੋ ਆਪਾਂ ਨੂੰ ਕਲਾਸ ਇੰਟਰਵਲ ਦਿੱਤਾ ਹੈ ਉਹ ਕਿਹਦਾ ਦਿੱਤਾ ਹੋਇਆ ਜੀ ਮਾਰਕਸ ਦਾ। ਤੇ y ਐਕਸਿਸ ਦੇ ਅਲੋਂਗ ਆਪਾਂ ਲਵਾਂਗੇ ਫ੍ਰੀਕੁਐਂਸੀ ਕਿਹਦੀ ਹੈ ਜੀ ਸਟੂਡੈਂਟਸ ਦੀ, ਨੰਬਰ ਆਫ ਸਟੂਡੈਂਟਸ ਨੇ ਇਹ, ਠੀਕ ਹੈ ਜੀ। ਇੱਥੇ ਆਪਾਂ ਨੇ ਕਲਾਸ ਇੰਟਰਵਲ ਕਿੰਨਾ ਲਿਆ ਜੀ x ਐਕਸਿਸ ਤੇ 0 to 5 5 to 10 0 ਤੋਂ ਸਟਾਰਟ ਕੀਤਾ ਹੈ ਤਾਂ ਆਪਾਂ ਉਸੇ ਤਰ੍ਹਾਂ ਲੈ ਲਾਂਗੇ 0 to 5 5 to 10 10 to 15 ਰਾਈਟ। ਇਸ ਤਰ੍ਹਾਂ ਨੰਬਰਿੰਗ ਦੇ ਲਈ ਆਪਾਂ ਨੇ ਅਪ ਟੂ ਆਪਾਂ ਨੂੰ 25 ਚਾਹੀਦਾ ਸੀ, ਆਪਣੇ 25 to 30 ਲਾਸਟ ਰੱਖਿਆ। ਦੇਖੋ ਤੇ ਮਾਰਕਸ ਕਿੱਥੇ ਤੱਕ ਗਏ ਆ ਬੱਚਿਆਂ ਦੇ, ਨੰਬਰ ਕਿੰਨੇ ਆਗੇ, ਫ੍ਰੀਕੁਐਂਸੀ ਕਿੰਨੀ ਹੈ ਜੀ ਮੈਕਸਿਮਮ 10, ਠੀਕ ਹੈ ਜੀ। 4 12 6 ਸਾਰੇ ਟੂ ਦੇ ਟੇਬਲ ਤੇ ਡਿਵਾਈਡ ਹੋ ਰਿਹਾ, ਇਸ ਕਰਕੇ ਆਪਣੇ 2 4 6 8 10 12 ਲਗਾ ਲਿਆ। y ਐਕਸਿਸ ਦੇ ਅਲੋਂਗ ਆਪਾਂ ਨੇ ਇਦਾਂ ਨੰਬਰਿੰਗ ਦੇ ਲਈ ਤੇ ਕਰਦੇ ਹਾਂ ਸਟਾਰਟ। ਕਿੰਨੇ ਸਟੂਡੈਂਟ ਦੇ ਨੰਬਰ ਆਇਆ 0 to 5 4 ਸਟੂਡੈਂਟਸ ਦੇ, ਰਾਈਟ। 4 ਤੱਕ ਬਾਹਰ ਚਲੀ ਜਾਏਗੀ ਆਪਣੀ। ਨੈਕਸਟ 5 to 10 12 ਦੇ 12 ਆਪਾਂ ਨੇ ਇੱਥੇ ਮੈਕਸਿਮਮ ਰੱਖਿਆ। ਆਪਾਂ 1 4 14 ਵੀ ਲਗਾ ਸਕਦੇ ਹਾਂ ਇੱਥੇ ਨੰਬਰ, ਇਸ ਤੋਂ ਬੜਾ ਇਸ ਤੋਂ ਘੱਟ ਨਹੀਂ ਰੱਖ ਸਕਦੇ, ਇਸ ਤੋਂ ਇੱਕ ਜ਼ਿਆਦਾ ਨੰਬਰ ਜ਼ਿਆਦਾ ਰੱਖ ਸਕਦੇ ਹੋ ਜੋ ਤੁਹਾਡਾ ਮੈਕਸਿਮਮ ਨੰਬਰ ਹੈ, ਰਾਈਟ। ਜਾਂ ਤਾਂ 12 ਤੱਕ ਕਰ ਲਓ ਜਾਂ 14 ਕਰ ਲਓ, ਦੈਟਸ ਇਟ। 10 to 15 ਕਿੰਨਾ ਹੈ ਜੀ 6 6 ਦੇ ਸਾਹਮਣੇ ਬਾਹਰ ਬਣਾਵਾਂਗੇ। 10 to 15 ਦੇ ਸਾਹਮਣੇ ਕਿੰਨੇ ਆ ਨੰਬਰ ਆਫ ਸਟੂਡੈਂਟ 6। ਨੈਕਸਟ 15 to 20 10 ਡਾਟਸ ਲਗਾਵਾਂਗੇ ਤੇ 15 to 20 ਤੱਕ ਇਹਨਾਂ ਨੂੰ ਜੁਆਇੰਟ ਕਰ ਦਾਂਗੇ, ਫਿਰ ਡਾਟਸ ਨੂੰ ਆਪਸ ਚ ਜੁਆਇੰਟ ਕਰ ਦਾਂਗੇ। 20 to 25 8 ਦੇ ਬਿਲਕੁਲ ਸਾਹਮਣੇ ਡਾਟਸ ਲਗਾਵਾਂਗੇ। 20 to 25 ਦੇ ਅਲੋਂਗ ਤੇ ਮੈਚ ਕਰ ਦਾਂਗੇ। ਦੇਖੋ ਜੀ 0 to 5 4 5 to 10 12 10 to 15 6 15 to 20 10 20 to 25 8। ਹਾਂਜੀ 8 ਨੰਬਰਸ ਆ। ਕੀ ਕਹਿ ਰਹੇ ਨੇ, the following histogram depicts the marks obtained by 46 student of the class। ਇੱਕ ਹਿਸਟੋਗ੍ਰਾਮ ਦਿੱਤਾ ਹੋਇਆ ਆਪਾਂ ਨੂੰ, ਉਹ ਚ ਕਹਿੰਦੇ ਕੀ ਦਿੱਤਾ ਹੋਇਆ 46 ਸਟੂਡੈਂਟਸ ਦੇ ਮਾਰਕਸ ਦੇ ਹੋਏ ਨੇ ਆਫ ਅ ਕਲਾਸ ਦੇ ਨੇ। observe the histogram and answer the following। ਹੁਣ ਮੈਂ ਹਿਸਟੋਗ੍ਰਾਮ ਦਿਖਾ ਦਿੰਨੀ ਆ। ਇਦਾਂ ਦਾ ਹਿਸਟੋਗ੍ਰਾਮ ਦਿੱਤਾ ਹੋਇਆ, ਇਹ ਹੈ x ਐਕਸਿਸ, ਇਹ ਹੈ y ਐਕਸਿਸ, ਇੱਧਰ ਦਿੱਤੇ ਹੋਏ ਸਟੂਡੈਂਟ ਦੇ ਮਾਰਕਸ, ਠੀਕ ਹੈ ਜੀ। ਕਲਾਸ ਇੰਟਰਵਲ ਹੈ 10 to 20 20 to 30 30 to 40 ਐਂਡ ਇੱਧਰ ਦਿੱਤਾ ਹੋਇਆ ਹੈ y ਐਕਸਿਸ ਦੇ ਅਲੋਂਗ ਨੰਬਰ ਆਫ ਸਟੂਡੈਂਟਸ 1 2 10 11, ਠੀਕ ਹੈ ਜੀ। ਹੁਣ ਦੇਖੋ ਆਪਣਾ ਫਸਟ ਕੁਐਸਚਨ ਕੀ ਆ, observe the histogram and answer the following। ਹਿਸਟੋਗ੍ਰਾਮ ਨੂੰ ਦੇਖ ਕੇ ਆਪਾਂ ਨੇ ਕੁਐਸਚਨਸ ਦਾ ਆਨਸਰ ਦੇਣਾ ਹੈ ਇਹ ਵਾਲਿਆਂ ਦਾ। ਫਸਟ ਕੁਐਸਚਨ ਕੀ ਹੈ, what is the class size। ਕਲਾਸ ਦਾ ਸਾਈਜ਼ ਕਿੰਨਾ ਹੈ। ਕਲਾਸ ਦਾ ਸਾਈਜ਼ ਕੀ ਹੁੰਦਾ ਹੈ, ਕਲਾਸ ਇੰਟਰਵਲ ਦੇ ਵਿਚਕਾਰ ਜੋ ਗੈਪ ਹੈ। ਦੇਖੋ ਹੁਣ ਹਿਸਟੋਗ੍ਰਾਮ, ਇਹ ਰਿਹਾ ਹਿਸਟੋਗ੍ਰਾਮ, ਕਿੰਨੇ ਦਾ ਗੈਪ ਹੈ ਜੀ 0 to 10 10 to 20, ਠੀਕ ਹੈ ਜੀ। ਜਿਹੜਾ ਹਾਈਐਸਟ ਆ ਉਹ ਚ ਲੋਐਸਟ ਮਾਈਨਸ ਕਰਾਂਗੇ, ਕਲਾਸ ਦਾ ਸਾਈਜ਼ ਆ ਜਾਊਗਾ ਜੀ ਕਿੰਨਾ ਹੈ ਜੀ 20 ਚੋਂ 10 ਮਾਈਨਸ ਕੀਤਾ ਕਿੰਨਾ ਆ ਗਿਆ ਜੀ 10। ਆਪਣਾ ਆਨਸਰ ਆ ਗਿਆ 10। ਸੈਕੰਡ ਵਨ, how many student obtained less than 20 marks। 20 ਤੋਂ ਘੱਟ ਕਿੰਨੇ ਸਟੂਡੈਂਟਸ ਦੇ ਮਾਰਕਸ ਨੇ। ਦੇਖੋ ਜੀ 0 to 10 10 to 20 20 to 30 ਆ ਗਏ, ਠੀਕ ਹੈ ਜੀ। ਇਹ ਤਾਂ 20 ਤੋਂ ਹਾਈਐਸਟ ਚਲੇ ਗਏ ਆ ਵਾਲੇ ਸਾਰੇ ਮਾਰਕਸ ਤਾਂ। ਸਿਰਫ ਲੈਸ ਦੈਨ 20 ਕਿੰਨਾ ਦੇ ਨੇ 10 to 20 ਦੇ ਵਿਚਕਾਰ ਜਿਨ੍ਹਾਂ ਦੇ ਆਏ ਨੇ, ਜਿਨ੍ਹਾਂ ਦੇ ਲਾਈਕ 10 11 12 13 15 18 19 ਉਹ 20 ਨਾਲੋਂ ਲੈਸ ਰਹਿਣਗੇ, ਰਾਈਟ। ਤੇ ਕਿੰਨੇ ਸਟੂਡੈਂਟ ਨੇ ਉਹ ਨੰਬਰ ਆਫ ਸਟੂਡੈਂਟ ਆਪਾਂ y ਐਕਸਿਸ ਤੋਂ ਕਾਊਂਟ ਕਰਾਂਗੇ ਜੀ ਕਿੰਨੇ ਨੇ। ਦੇਖੋ ਕਿਹਦੇ ਸਾਹਮਣੇ ਬਾਰ ਬਣੀ ਹੈ ਕਿਸ ਨੰਬਰ ਦੇ 6। ਤਾਂ ਆਪਣਾ ਆਨਸਰ ਕੀ ਆ ਗਿਆ ਇਹਦਾ ਸੈਕਿੰਡ ਦਾ 6 ਸਟੂਡੈਂਟਸ।
Third one, how many student obtained 30 or more marks but less than 60? ਕਹਿੰਦੇ 30 ਜਾਂ 30 ਤੋਂ ਜ਼ਿਆਦਾ ਹੋਣ ਬੱਚਿਆਂ ਦੇ ਜਿਨ੍ਹਾਂ ਦੇ ਮਾਰਕਸ ਤੇ 60 ਤੋਂ ਘੱਟ, ਕਿੰਨੇ ਜਾਣੇ ਨੇ ਜਿਨ੍ਹਾਂ ਦੇ 60 ਨਾਲੋਂ ਘੱਟ ਨੇ ਤੇ 30 ਤੋਂ ਜ਼ਿਆਦਾ ਨੇ। ਚੈੱਕ ਕਰਦੇ ਹਾਂ ਅਗੇਨ ਆਪਾਂ ਹਿਸਟੋਗ੍ਰਾਮ। ਦੇਖੋ ਜੀ 30 ਆਪਾਂ ਨੂੰ ਕਿਹਾ 30 ਤੋਂ ਜ਼ਿਆਦਾ ਤੇ 60 ਤੋਂ ਘੱਟ, 30 to 60 ਤੱਕ ਦੇਖਾਂਗੇ ਆਪਾਂ ਹਿਸਟੋਗ੍ਰਾਮ ਨੂੰ। ਦੇਖੋ ਜੀ 30 to 40 ਕਿੰਨੇ ਬੱਚੇ ਨੇ 3, 40 to 50 ਕਿੰਨੇ ਨੇ ਜੀ 8, 50 to 60 ਕਿੰਨੇ ਨੇ 4, ਰਾਈਟ। 60 ਤੋਂ ਮੈਕਸਿਮਮ ਤਾਂ ਇਹਨਾਂ ਨੇ ਪੁੱਛੇ ਨਹੀਂ, ਬਸ ਇਹਨਾਂ ਦਾ ਤਿੰਨਾਂ ਦਾ ਟੋਟਲ ਕਰਾਂਗੇ ਤੇ ਦੱਸ ਦਾਂਗੇ। 3 + 8 + 4, 3 + 8 + 4, ਆਨਸਰ ਆ ਗਿਆ ਆਪਣਾ 15। ਨੈਕਸਟ ਕੁਐਸਚਨ ਕੀ ਹੈ, ਇਫ ਪਾਸਿੰਗ ਮਾਰਕਸ ਆਰ 30 what is the number of failure? ਠੀਕ ਹੈ ਜੀ, ਜੇ ਪਾਸ ਮਾਰਕਸ ਨੇ ਜੋ ਬੱਚਿਆਂ ਦੇ ਉਹ 30 ਸੀ ਤਾਂ ਕਿੰਨੇ ਬੱਚੇ ਫੇਲ ਹੋਏ। 30 ਤੋਂ ਜਿਨ੍ਹਾਂ ਦੇ ਲੈਸ ਨੇ ਉਹ ਸਾਰੇ ਫੇਲ ਹੋਣਗੇ, ਰਾਈਟ। 30 ਤੋਂ ਲੈਸ ਚੈੱਕ ਕਰਨੇ 10 to 20 ਤੇ 20 to 30 ਕਿੰਨੇ ਨੇ ਜੀ। ਦੇਖੋ ਜੀ 10 to 20 6 ਤੇ 20 to 30 10, ਕਿੰਨੇ ਹੋ ਗਏ ਜੀ ਟੋਟਲ 10 + 6, ਆਪਣਾ ਆਨਸਰ ਆ ਗਿਆ ਜੀ 16 ਸਟੂਡੈਂਟਸ। 9th ਸਮ ਜੀ, observe the following histogram and answer the following question given below। ਠੀਕ ਹੈ ਜੀ, ਆਪਾਂ ਨੂੰ ਇੱਕ ਹਿਸਟੋਗ੍ਰਾਮ ਦਿੱਤਾ ਹੋਇਆ, ਇਹ ਹੈ ਜੀ ਹਿਸਟੋਗ੍ਰਾਮ। ਇੱਕ x ਐਕਸਿਸ ਹੈ ਤੇ ਇੱਕ y ਐਕਸਿਸ। ਠੀਕ ਹੈ ਜੀ, x ਐਕਸਿਸ ਦੇ ਅਲੋਂਗ ਆਪਾਂ ਨੂੰ ਹਾਈਟ ਦਿੱਤੀ ਹੋਈ ਹੈ ਇਨ ਸੈਂਟੀਮੀਟਰਸ ਤੇ y ਐਕਸਿਸ ਦੇ ਅਲੋਂਗ ਨੰਬਰ ਆਫ ਗਰਲਸ ਨੇ। ਠੀਕ ਹੈ ਜੀ, ਇੱਕ ਕਿੰਕ ਬਣਾਈ ਹੋਈ ਆ, ਉਸ ਤੋਂ ਬਾਅਦ ਚੋਂ 125 to 130, 132, 135, ਰਾਈਟ। ਤੇ ਹਿਸਟੋਗ੍ਰਾਮ ਰੈਡੀ ਕੀਤਾ ਹੋਇਆ, ਆਪਾਂ ਦੇਖਦੇ ਹਾਂ ਕੀ ਕੁਐਸਚਨ ਪੁੱਛ ਰਹੇ ਆ ਇਹਦੇ ਵਿੱਚੋਂ। what information is given by the graph? ਕੀ ਇਨਫੋਰਮੇਸ਼ਨ ਮਿਲ ਰਹੀ ਆ ਗ੍ਰਾਫ ਚੋਂ। ਕੀ ਦਿੱਤਾ ਹੋਇਆ ਜੀ ਹਾਈਟ ਇਨ ਸੈਂਟੀਮੀਟਰ, ਨੰਬਰ ਆਫ ਗਰਲਸ ਹਾਈਟ ਇਨ ਸੈਂਟੀਮੀਟਰ। ਕੀ ਦੇ ਰਹੀ ਹੈ ਜੀ ਇਨਫੋਰਮੇਸ਼ਨ, ਨੰਬਰ ਆਫ ਗਰਲਸ ਹਾਈਟ ਇਨ ਸੈਂਟੀਮੀਟਰ, ਇਹ ਆਪਣਾ ਆਨਸਰ ਹੈ। ਸੈਕੰਡ ਕੀ ਹੈ ਜੀ, which group has maximum girls? ਕਿਸ ਗਰੁੱਪ ਦੇ ਵਿੱਚ ਮੈਕਸਿਮਮ ਗਰਲਸ ਨੇ। ਜਿਸ ਗਰੁੱਪ ਦੀ ਬਾਰ ਸਭ ਤੋਂ ਵੱਡੀ ਹੈ ਇਟ ਮੀਨਸ ਉਹਦੇ ਵਿੱਚ ਮੈਕਸਿਮਮ ਗਰਲਸ ਨੇ, ਰਾਈਟ। ਕਿਸ ਦੀ ਬਾਰ ਵੱਡੀ ਹੈ 7 ਤੱਕ ਜਾ ਰਹੀ ਹੈ। ਦੇਖੋ ਜੀ 140 to 145 ਜੋ ਰੇਂਜ ਹੈ ਇਹਦੀ ਬਾਰ ਹੈ ਸਭ ਤੋਂ ਵੱਡੀ ਹੈ। ਠੀਕ ਹੈ ਜੀ 140 to 145, ਆਪਾਂ ਆਨਸਰ ਲਿਖਾਂਗੇ ਜੀ 140 to 145। how many girls have height of 145 centimeter? ਕਿੰਨੀਆਂ ਕੁੜੀਆਂ ਦੀ ਹਾਈਟ ਕਹਿੰਦੇ 145 ਸੈਂਟੀਮੀਟਰ ਹੈ। ਜਿੱਦਾਂ ਕਿ 145 ਆਪਾਂ ਨੂੰ ਤੁਹਾਨੂੰ ਪਤਾ ਜਦੋਂ ਆਪਾਂ ਫ੍ਰੀਕੁਐਂਸੀ ਡਿਸਟ੍ਰੀਬਿਊਸ਼ਨ ਟੇਬਲ ਬਣਾਉਣੇ ਆ ਤਾਂ ਆਪਾਂ 145 ਕਿੱਥੇ ਲੈਣੇ ਹੁੰਦੇ ਆ ਜੀ, ਜਿੱਥੇ 145 ਲੋਐਸਟ ਵੈਲਿਊ ਹੈ, ਰਾਈਟ। ਤਾਂ ਇੱਥੇ ਕਾਊਂਟ ਹੋਊਗੀ 145, ਨਾ ਕਿ 140 to 145 7 ਨੰਬਰ ਇਹ ਨਹੀਂ ਆਪਾਂ ਕਾਊਂਟ ਕਰ ਸਕਦੇ ਕਿਉਂਕਿ ਇੱਥੇ 144.99 ਦਾ ਆਏਗਾ, ਪਰ 145 ਆ ਜੋ ਉਹ 145 to 150 ਦੇ ਵਿਚਕਾਰ ਲਾਈ ਕਰੇਗੀ ਜੋ ਹਾਈਟ ਹੈ। ਤਾਂ 145 ਤੋਂ ਸਟਾਰਟ ਹੋਏਗਾ ਆਪਣਾ, ਰਾਈਟ। 145 ਐਂਡ ਮੋਰ, ਹਾਊ ਮੈਨੀ ਗਰਲਸ ਹੈਵ ਅ ਹਾਈਟ ਆਫ 145 ਸੈਂਟੀਮੀਟਰ ਐਂਡ ਮੋਰ। 145 ਤੋਂ ਕਾਊਂਟ ਕਰਨਾ ਹੈ ਤੇ ਜ਼ਿਆਦਾ ਕਿੰਨੀਆਂ ਦੀ ਹੈ। ਠੀਕ ਹੈ ਜੀ 145 to 150, 150 to 155, 155 to 160 ਐਂਡ 160 to 165। ਇਸ ਕਲਾਸ ਇੰਟਰਵਲ ਦੇ ਵਿੱਚ ਜਿੰਨੀਆਂ ਵੀ ਗਰਲਸ ਨੇ ਆਪਾਂ ਸਾਰਿਆਂ ਦਾ ਟੋਟਲ ਕਰਾਂਗੇ 3 + 2 + 1 + 2 ਕਿੰਨਾ ਆ ਗਿਆ ਜੀ 8, ਰਾਈਟ। ਆਪਣਾ ਆਨਸਰ ਆ ਗਿਆ 8। ਨੈਕਸਟ ਸਮ ਹੈ ਜੀ 10th, the following histogram shows the frequency distribution of the ages of teachers in a school। ਇੱਕ ਸਕੂਲ ਦੇ ਵਿੱਚ ਟੀਚਰਸ ਦੀ ਏਜ ਦੱਸੀ ਹੋਈ ਹੈ, ਇਹ ਰਿਹਾ ਜੀ ਹਿਸਟੋਗ੍ਰਾਮ। ਠੀਕ ਹੈ ਜੀ x ਐਕਸਿਸ ਦੇ ਅਲੋਂਗ ਏਜਸ ਦਿੱਤੀ ਹੋਈ ਹੈ ਟੀਚਰਸ ਦੀ ਇਨ ਇਅਰਸ ਦੇ ਵਿੱਚ ਤੇ y ਐਕਸਿਸ ਦੇ ਅਲੋਂਗ ਨੰਬਰ ਆਫ ਟੀਚਰਸ। ਠੀਕ ਹੈ ਜੀ 20 ਤੋਂ ਸਟਾਰਟ ਹੋ ਰਿਹਾ, ਫਸਟ ਕਿੰਕ ਬਣਾਈ ਹੋਈ ਆ ਤੇ 20 ਤੋਂ ਸਟਾਰਟ ਹੋ ਰਿਹਾ ਆਪਣਾ ਹਿਸਟੋਗ੍ਰਾਮ, 20 to 25, 25 to 30 ਤੇ ਇਦਾਂ ਬਾਰਸ ਬਣੀਆਂ ਹੋਈਆਂ ਨੇ। ਤੇ ਦੇਖਦੇ ਹਾਂ ਫਸਟ ਕੁਐਸਚਨ, what is the number of eldest and youngest teacher in the school? ਠੀਕ ਹੈ ਜੀ ਕਿੰਨੇ eldest ਟੀਚਰ ਨੇ ਤੇ ਕਿੰਨੇ youngest ਟੀਚਰ ਨੇ ਸਕੂਲ ਦੇ ਵਿੱਚ। eldest ਦੇਖੋ ਪਹਿਲਾਂ ਤਾਂ ਜਿਹੜੇ 50 to 55 ਜਿਹੜੇ ਸਭ ਤੋਂ ਵੱਡੀ ਏਜ ਦੇ ਹੋਗੇ ਕਿੰਨੇ ਨੇ 50 to 55 2। ਆਪਾਂ ਆਨਸਰ ਲਿਖਾਂਗੇ ਜੀ eldest teachers in school 2। ਠੀਕ ਹੈ ਜੀ ਤੇ youngest ਕਿੰਨੇ ਆ, ਦੇਖੋ ਜੀ youngest ਵੀ 2 ਨੇ 20 to 25, ਰਾਈਟ। youngest teachers in school ਇਹ ਵੀ ਸੇਮ ਕਿੰਨੇ ਨੇ 2। ਸੈਕੰਡ ਕੁਐਸਚਨ ਕੀ ਹੈ, which age group teachers are more in the school and which are least? ਕਿਸ ਏਜ ਗਰੁੱਪ ਦੇ ਟੀਚਰ ਜ਼ਿਆਦਾ ਨੇ ਤੇ ਕਿਸ ਦੇ ਘੱਟ ਨੇ। ਪਹਿਲਾਂ ਤਾਂ ਘੱਟ ਵਾਲੇ ਦੇਖੋ ਕਿੰਨੀਆਂ ਘੱਟੋ ਘੱਟ ਟੀਚਰਸ ਦੀ ਗਿਣਤੀ। ਲੀਸਟ ਗਰੁੱਪ ਕਿੰਨੇ ਨੰਬਰ ਆਫ ਟੀਚਰਸ ਨੇ 2 ਨੇ। ਦੋ ਗਰੁੱਪਾਂ ਦੇ ਵਿੱਚ ਜਿਹੜੇ ਆਪਾਂ ਪਹਿਲਾਂ ਹੀ ਦੱਸਿਆ ਐਲਡੈਸਟ ਤੇ ਯੰਗੈਸਟ ਦੇ ਵਿੱਚ। ਠੀਕ ਹੈ ਜੀ 2 ਨੇ, 2 ਦੇ ਵਿੱਚ ਨੇ। ਤਾਂ ਆਪਾਂ ਲਿਖ ਸਕਦੇ ਹਾਂ 20 to 25 ਵਾਲੇ ਨੇ ਤੇ 50 to 55। ਠੀਕ ਹੈ ਜੀ ਲੀਸਟ ਏਜ ਗਰੁੱਪ ਕਿੰਨਾ ਆ ਗਿਆ 20 to 25 ਐਂਡ 50 to 55। ਦੋਨੋਂ ਹੀ ਮੈਂਸ਼ਨ ਕਰਾਂਗੇ ਆਪਾਂ, ਇੱਕ ਮੈਂਸ਼ਨ ਕਰਕੇ ਨਹੀਂ ਛੱਡਾਂਗੇ। ਜੇ 2 ਦਿੱਤੇ ਹੋਏ ਤਾਂ ਦੋਨੋਂ ਹੀ ਦੱਸਾਂਗੇ। ਠੀਕ ਹੈ ਜੀ ਤੇ ਹੋਰ ਕਿਹੜਾ ਪੁੱਛਿਆ ਸੀਗਾ ਜੀ ਮੋਰ ਕਿਹਦੇ ਵਿੱਚ ਜ਼ਿਆਦਾ, ਕਿਹਦੇ ਵਿੱਚ ਨੇ, ਕਿਹੜੇ ਏਜ ਗਰੁੱਪ ਦੇ ਜ਼ਿਆਦਾ ਨੇ ਜੀ 35 to 40 ਦੇ 7 ਨੇ। ਠੀਕ ਹੈ ਜੀ ਮੋਰ ਏਜ ਗਰੁੱਪ ਕੀ ਹੈ 35 to 40 ਹੈ ਜੀ, ਇਹ ਸੈਕੰਡ ਆਨਸਰ ਹੈ ਜੀ। ਠੀਕ ਹੈ ਜੀ ਥਰਡ ਆਪਾਂ ਤੋਂ ਕੀ ਪੁੱਛ ਰਹੇ ਨੇ what is the class size? ਸਾਈਜ਼ ਕੀ ਹੈ, ਕਿੰਨਾ ਹੈ ਜੀ ਕਲਾਸ ਇੰਟਰਵਲ 20 to 25, 25 to 30 ਕਿੰਨੇ ਦਾ ਜੀ ਕਲਾਸ ਸਾਈਜ਼ 5 ਦਾ, ਗੈਪ 5 ਦਾ ਹੈ ਨਾ 20 to 25 ਦੇ ਵਿਚਕਾਰ। then 5 is the class size, answer is 5। ਚਲਦੇ ਹਾਂ ਨੈਕਸਟ ਸਮ ਤੇ 11 MCQs ਨੇ ਜੀ। ਇਹ ਨੰਬਰ ਹੈ below is the histogram depicting marks obtained by 44 student of the class। 44 ਸਟੂਡੈਂਟ ਨੇ ਕਲਾਸ
ਕਲਾਸ ਦੇ ਵਿੱਚ ਉਹਨਾਂ ਦੇ ਮਾਰਕਸ ਦਿੱਤੇ ਹੋਏ ਨੇ। ਕਹਿੰਦੇ ਆਪਾਂ ਨੂੰ ਇੱਕ ਹਿਸਟੋਗ੍ਰਾਮ ਦੇਤਾ ਇਹਨਾਂ ਨੇ, ਇਦਾਂ ਇੱਕ ਹਿਸਟੋਗ੍ਰਾਮ ਹੈ। ਐਕਸ ਐਕਸਿਸ ਦੇ ਅਲੋਂਗ ਮਾਰਕਸ ਦਿੱਤੇ ਨੇ ਤੇ ਵਾਈ ਐਕਸਿਸ ਦੇ ਅਲੋਂਗ ਨੰਬਰ ਆਫ ਸਟੂਡੈਂਟ ਦਿੱਤੇ ਹੋਏ ਆ ਜੀ। ਠੀਕ ਹੈ ਜੀ, ਹਾਂਜੀ। ਤੇ ਆਪਾਂ ਨੂੰ ਕੀ ਕਿਹਾ ਉਹਨਾਂ ਨੇ ਪਤਾ ਕਰਨ ਨੂੰ, ਵਟ ਇਜ਼ ਦਾ ਕਲਾਸ ਸਾਈਜ਼। ਦੇਖੋ ਜੀ 0 to 10, 10 to 20, ਕਲਾਸ ਸਾਈਜ਼ ਕਿੰਨਾ ਹੈ ਜੀ 10 ਦਾ। ਤੇ MCQs ਨੇ, ਕਿਉਂਕਿ ਆਪਾਂ ਨੂੰ ਇਹਨਾਂ ਨੇ ਆਪਸ਼ਨ ਦਿੱਤੀਆਂ ਹੋਈਆਂ ਸੀ 5, 10, 20, 43। ਕਿਹੜੀ ਹੈ ਆਪਸ਼ਨ ਸਹੀ? B ਇਜ਼ ਦਾ ਰਾਈਟ ਆਪਸ਼ਨ, ਕਿਉਂਕਿ ਕਲਾਸ ਸਾਈਜ਼ ਕਿੰਨਾ ਹੈ 10 ਦਾ। ਕਲਾਸ ਇੰਟਰਵਲ ਦੇ ਵਿਚਕਾਰ ਜੋ ਗੈਪ ਹੁੰਦਾ ਉਹੀ ਕਲਾਸ ਸਾਈਜ਼ ਹੁੰਦਾ ਨਾ, 10 ਹੈ, ਰਾਈਟ। ਸੈਕੰਡ ਵਨ, ਰਾਈਟ ਦਾ ਨੰਬਰ ਆਫ ਸਟੂਡੈਂਟ ਗੈਟਿੰਗ ਹਾਈਐਸਟ ਮਾਰਕਸ। ਬੱਚੇ ਦੱਸੋ, ਨੰਬਰ ਆਫ ਸਟੂਡੈਂਟ ਦੱਸੋ, ਕਹਿੰਦੇ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਮਾਰਕਸ ਲਏ ਨੇ। ਮਾਰਕਸ ਕਿੱਧਰ ਨੂੰ ਨੇ ਜੀ? ਐਕਸ ਐਕਸਿਸ ਦੇ ਅਲੋਂਗ ਨੇ। 90 to 100 ਨੇ ਜੋ ਮੈਕਸਿਮਮ ਮਾਰਕਸ ਨੇ। ਕਿੰਨੇ ਸਟੂਡੈਂਟ ਦੇ ਨੇ? 4 ਦੇ। ਤਾਂ D ਇਜ਼ ਦਾ ਰਾਈਟ ਆਨਸਰ। ਠੀਕ ਹੈ ਜੀ, A ਆਪਸ਼ਨ ਸੀ 1, B ਸੀ 2, C 3, D 4। 4 ਆਪਣਾ ਸਹੀ ਆਨਸਰ ਹੈ। ਇਹਦਾ ਥਰਡ ਪਾਰਟ, ਹਾਊ ਮੈਨੀ ਸਟੂਡੈਂਟ ਗੈਟ ਮੋਰ ਦੈਨ 60 ਮਾਰਕਸ। ਕਿੰਨੇ ਬੱਚਿਆਂ ਦੇ ਮਾਰਕਸ ਨੇ ਜੋ ਉਹ 60 ਤੋਂ ਜ਼ਿਆਦਾ ਨੇ। ਠੀਕ ਹੈ ਜੀ, 60 ਤੋਂ ਅਬਵ ਕਾਊਂਟ ਕਰਨੇ ਆ, 60 to 70, 70 to 80, 80 to 90 ਐਂਡ 90 to 100। ਇਹਨਾਂ ਚਾਰੇ ਬਾਰਸ ਦੇ ਵਿਚਕਾਰ ਜਿੰਨੇ ਵੀ ਨੰਬਰ ਆਫ ਸਟੂਡੈਂਟ ਨੇ ਉਹਨਾਂ ਨੂੰ ਟੋਟਲ ਕਰਾਂਗੇ ਆਪਾਂ। ਇਹ ਸਾਰੀਆਂ ਕਾਊਂਟਿੰਗ ਕਰੋ, 4 + 7 + 5 + 4 ਕਿੰਨਾ ਆ ਗਿਆ ਜੀ? 20। ਠੀਕ ਹੈ ਜੀ, A ਇਜ਼ ਦਾ ਰਾਈਟ ਆਨਸਰ। ਨੈਕਸਟ ਵਨ, ਹਾਊ ਮੈਨੀ ਸਟੂਡੈਂਟ ਗੈਟ ਲੈਸ ਦੈਨ 40 ਮਾਰਕਸ। 40 ਨਾਲੋਂ ਘੱਟ ਮਾਰਕਸ ਕਿੰਨੇ ਸਟੂਡੈਂਟ ਦੇ ਨੇ? 40 ਇੱਥੇ ਹੈ ਜੀ। ਇਸ ਤੋਂ ਜਿੰਨੇ ਵੀ ਅੱਗੇ ਵਾਲੇ ਸਟੂਡੈਂਟ ਨੇ ਇਹਨਾਂ ਦੀ ਨੰਬਰਿੰਗ ਦਾ ਟੋਟਲ ਕਰਾਂਗੇ ਆਪਾਂ ਨੂੰ। 10 to 20, 20 to 30, 30 to 40। ਜਿੰਨੇ ਵੀ ਸਟੂਡੈਂਟ ਦੇ ਮਾਰਕਸ ਨੇ ਉਹਨਾਂ ਨੂੰ ਟੋਟਲ ਕਰ ਦਿਓ। 3, 10 to 20, 20 to 30 ਕਿੰਨੇ ਨੇ ਜੀ? 2 ਤੇ 30 to 40 ਕਿੰਨੇ ਨੇ? 5। ਦੇਖੋ ਜੀ ਕਿੰਨਾ ਆ ਗਿਆ? 3 + 2 5 + 5 10, ਰਾਈਟ। ਦੈਨ D ਇਜ਼ ਦਾ ਰਾਈਟ ਆਨਸਰ। ਨੈਕਸਟ ਫਿਫਥ, ਇਹਦਾ ਹੀ ਅਗਲਾ ਪਾਰਟ ਹੈ। ਇਨ ਵਿਚ ਕਲਾਸ ਇੰਟਰਵਲ ਨੰਬਰ ਆਫ ਸਟੂਡੈਂਟ ਆਰ ਮੈਕਸਿਮਮ। ਕਿਸ ਕਲਾਸ ਇੰਟਰਵਲ ਦੇ ਵਿਚਕਾਰ ਜੋ ਬੱਚੇ ਨੇ ਉਹ ਜ਼ਿਆਦਾ ਨੇ। ਦੇਖੋ ਮੈਕਸਿਮਮ ਕਿੰਨੇ ਸਟੂਡੈਂਟ ਨੇ? 8। ਕਿਹੜੇ ਕਲਾਸ ਇੰਟਰਵਲ ਦੇ ਵਿਚਕਾਰ ਨੇ ਜੀ? 40 to 50। ਇਹ ਦੇਖੋ ਬਾਰ ਜਿਹੜੀ ਹੈ 40 to 50 ਤੇ ਬਣੀ ਹੈ ਨਾ 8 ਵਾਰੀ, 40 to 50 ਨਾ ਆਨਸਰ ਆ ਗਿਆ। ਹਾਂਜੀ, ਇਹਦੇ ਹੀ ਅੱਗੇ B ਪਾਰਟ ਹੈ ਜੀ। ਇਨ ਏ ਹਿਸਟੋਗ੍ਰਾਮ ਇਫ ਆਲ ਦਾ ਇੰਟਰਵਲਸ ਆਰ ਆਫ ਸੇਮ ਸਾਈਜ਼। ਜੇ ਕਿਸੇ ਹਿਸਟੋਗ੍ਰਾਮ ਦੇ ਵਿੱਚ ਸਾਰੇ ਇੰਟਰਵਲ ਨੇ ਜੋ ਉਹ ਸੇਮ ਸਾਈਜ਼ ਦੇ ਨੇਗੇ। ਠੀਕ ਹੈ ਜੀ, ਕਲਾਸ ਇੰਟਰਵਲ ਤੁਹਾਨੂੰ ਪਤਾ ਹੈ ਐਕਸ ਐਕਸਿਸ ਦੇ ਅਲੋਂਗ ਹੁੰਦੇ ਆ, ਆਲਮੋਸਟ ਸੇਮ ਸਾਈਜ਼ ਦੇ ਹੁੰਦੇ ਆ ਉਹ। ਦੈਨ ਏਰੀਆ ਆਫ ਈਚ ਬਾਰ ਇਜ਼ ਇਕੁਅਲ ਟੂ। ਹਰੇਕ ਬਾਰ ਦਾ ਏਰੀਆ ਜੋ ਹੈ ਉਹ ਕਿਹਦੇ ਇਕੁਅਲ ਹੋਏਗਾ? ਤੁਹਾਨੂੰ ਪਤਾ ਹੈ ਜਿੱਦਾਂ ਕਿ ਕੋਈ ਗ੍ਰਾਫ ਹੈ, ਹਿਸਟੋਗ੍ਰਾਮ ਹੈ ਆਪਣੇ ਕੋਲ। ਠੀਕ ਹੈ ਜੀ, ਆਪਣਾ ਬਾਰ ਦਾ ਉਹ ਏਰੀਆ ਪੁੱਛ ਰਹੇ ਨੇ। ਏਰੀਆ ਕੀ ਹੁੰਦਾ ਹੈਗਾ ਜੀ? ਜਿੱਦਾਂ ਕਿ 10 to 20, ਇਸ ਬਾਰ ਦਾ ਏਰੀਆ ਕੀ ਹੈ? ਆਹ ਸਾਰਾ ਇਹਦਾ ਏਰੀਆ ਹੈ ਜੋ ਇਹ ਕਵਰ ਕਰ ਰਹੀ ਹੈ, ਰਾਈਟ। ਠੀਕ ਹੈ ਜੀ, ਤਾਂ ਦੇਖੋ ਫਿਰ ਇਹਨਾਂ ਦੇ ਆਪਸ਼ਨ ਦਿੱਤੇ ਹੋਏ ਨੇ। A ਫ੍ਰੀਕੁਐਂਸੀ, ਫ੍ਰੀਕੁਐਂਸੀ ਕਿੱਧਰ ਨੂੰ ਹੁੰਦੀ ਹੈ? ਇੱਧਰ ਨੂੰ ਹੁੰਦੀ ਹੈ, ਰਾਈਟ। ਨੰਬਰ ਆਫ ਸਟੂਡੈਂਟ ਇੱਧਰ ਇਹਨਾਂ ਦੀ ਫ੍ਰੀਕੁਐਂਸੀ ਦਿੱਤੀ ਹੋਈ ਹੈ, ਰਾਈਟ। ਕੱਲੀ ਫ੍ਰੀਕੁਐਂਸੀ ਏਰੀਆ ਨਹੀਂ ਹੋ ਸਕਦੀ, ਰਾਈਟ। ਹਾਈਟ ਆਫ ਬਾਰ ਇਹ ਵੀ ਨਹੀਂ ਹੋ ਸਕਦੀ, ਰਾਈਟ। ਹਾਈਟ ਆਫ ਬਾਰ ਵੀ ਟਾਈਪ ਦੀ ਫ੍ਰੀਕੁਐਂਸੀ ਹੁੰਦੀ ਹੈ, ਰਾਈਟ। ਨੈਕਸਟ ਕਲਾਸ ਸਾਈਜ਼। ਕਲਾਸ ਸਾਈਜ਼ ਜੋ ਹੁੰਦਾ ਹੈ ਉਹ ਕਲਾਸ ਇੰਟਰਵਲ ਦੇ ਵਿਚਕਾਰ ਜੋ ਗੈਪ ਆ ਉਹ ਹੁੰਦਾ ਜਿਵੇਂ 10 to 20। ਇਹ ਵੀ ਨਹੀਂ ਹੋ ਸਕਦਾ। D ਹੈ ਕਲਾਸ ਸਾਈਜ਼ ਮਲਟੀਪਲਾਈ ਫ੍ਰੀਕੁਐਂਸੀ। ਹਾਂਜੀ, ਇਹ ਹੋਏਗਾ ਏਰੀਆ। ਕਲਾਸ ਸਾਈਜ਼ ਇਹ ਆ ਗਿਆ, ਮਲਟੀਪਲਾਈ ਫ੍ਰੀਕੁਐਂਸੀ, ਇੱਧਰ ਨੂੰ ਇਹਦੀ ਫ੍ਰੀਕੁਐਂਸੀ ਕਿੰਨੀ ਹੈ। ਠੀਕ ਹੈ ਜੀ, ਇਹ ਆ ਗਿਆ। ਅੱਗੇ ਨੀਚੇ ਟਰੂ ਫਾਲਸ। ਸਟੇਟ ਵੈਦਰ ਦਾ ਫੋਲੋਇੰਗ ਸਟੇਟਮੈਂਟ ਆਰ ਟਰੂ ਔਰ ਫਾਲਸ। ਨੰਬਰ 1, देयर इज नो डिफरेंस बिटवीन द बार ग्राफ एंड हिस्टोग्राम। ਕੀ ਹੋਏਗਾ ਜੀ? ਫਾਲਸ। ਕਿਉਂ ਫਾਲਸ ਆ ਉਹ ਵੀ ਦੱਸਦੇ ਹਾਂ ਜੀ। ਵਾਈ? ਕਿਉਂਕਿ ਜੋ ਹਿਸਟੋਗ੍ਰਾਮ ਹੈ ਉਹ ਇੱਕ ਗ੍ਰਾਫ ਹੁੰਦਾ ਹੈ। ਹਿਸਟੋਗ੍ਰਾਮ ਦੇ ਵਿੱਚ ਕੰਟੀਨਿਊਸ ਬਾਰ ਹੁੰਦੀਆਂ ਨੇਗੀਆਂ, ਬਾਰਸ ਦੇ ਵਿਚਕਾਰ ਕੋਈ ਗੈਪ ਨਹੀਂ ਹੁੰਦਾ। ਐਂਡ ਬਾਰ ਗ੍ਰਾਫ ਦੇ ਵਿਚਕਾਰ, ਬਾਰ ਗ੍ਰਾਫ ਇਦਾਂ ਹੁੰਦਾ ਹੈ, ਇੱਕ ਬਾਰ ਇੱਥੇ ਹੈ ਵਿੱਚ ਗੈਪ ਹੋਏਗਾ, ਅਗਲੀ ਬਾਰ ਅੱਗੇ, ਨੈਕਸਟ ਫਿਰ ਗੈਪ, ਫਿਰ ਅਗਲੀ ਬਾਰ, ਰਾਈਟ। ਜਿਵੇਂ ਮੰਨ ਲਓ ਸਪੋਜ਼ 0 to 10 ਦੇ ਵਿਚਕਾਰ ਕੋਈ ਬਾਰ ਨਹੀਂ ਹੈ, 10 to 20 ਦੇ ਵਿਚਕਾਰ ਬਾਰ ਹੈ, 20 to 30 ਫਿਰ ਗੈਪ ਹੈ, 30 to 40 ਫਿਰ ਬਾਰ ਹੈ। ਇਦਾਂ ਕਰਕੇ ਇਹ ਹੁੰਦਾ ਹੈ ਬਾਰ ਗ੍ਰਾਫ ਤੇ ਇਹ ਹੁੰਦਾ ਹੈ ਹਿਸਟੋਗ੍ਰਾਮ। ਇਹ ਤਾਂ ਡਿਫਰੈਂਟ ਨੇ, ਰਾਈਟ। ਇਸ ਕਰਕੇ ਇਹ ਫਾਲਸ ਹੈ। ਸੈਕੰਡ ਵਨ, ਹਿਸਟੋਗ੍ਰਾਮ ਇਜ਼ ਅ ਬਾਰ ਗ੍ਰਾਫ ਵਿਦ ਗੈਪ ਬਿਟਵੀਨ ਟੂ ਐਡਜੈਸੈਂਟ ਰੈਕਟੈਂਗਲਸ। ਹਿਸਟੋਗ੍ਰਾਮ ਕਹਿੰਦੇ ਬਾਰ ਗ੍ਰਾਫ ਆ ਵਿਦ ਗੈਪ ਬਿਟਵੀਨ ਟੂ ਐਡਜੈਸੈਂਟ ਰੈਕਟੈਂਗਲਸ। ਹੈ ਨਹੀਂ, ਕਿਉਂਕਿ ਦੋ ਜੋ ਰੈਕਟੈਂਗਲ ਨੇ ਹਿਸਟੋਗ੍ਰਾਮ ਦੇ ਵਿਚਕਾਰ ਉਹਨਾਂ ਦੇ ਵਿਚਕਾਰ ਕੋਈ ਗੈਪ ਨਹੀਂ ਹੁੰਦਾ। ਜੇ ਉਹ ਕਹਿੰਦੇ ਇਹ ਬਾਰ ਗ੍ਰਾਫ ਆ ਵਿਦ ਨੋ ਗੈਪ, ਠੀਕ ਹੈ, ਤਾਂ ਇਹ ਸਹੀ ਸੀਗਾ। ਬਟ ਰਾਈਟ ਨਾਓ ਕੀ ਕਹਿ ਰਹੇ ਨੇ? ਉਹ ਕਹਿੰਦੇ ਨੇ ਇਹਦੀਆਂ ਰੈਕਟੈਂਗਲ ਦੇ ਵਿਚਕਾਰ ਗੈਪ ਹੁੰਦਾ ਨਹੀਂ ਹੁੰਦਾ ਨਾ, ਇਸ ਕਰਕੇ ਇਹ ਫਾਲਸ ਆ। ਇਹਦੀਆਂ ਬਾਰਸ ਕੰਟੀਨਿਊਸ ਹੁੰਦੀਆਂ ਨੇ। ਥਰਡ ਵਨ, ਇਨ ਏ ਹਿਸਟੋਗ੍ਰਾਮ ਦਾ ਹਾਈਟ ਆਫ ਰੈਕਟੈਂਗਲ ਇਜ਼ ਮੀਨਿੰਗਲੈਸ। ਕਹਿੰਦੇ ਹਿਸਟੋਗ੍ਰਾਮ ਆ ਤੇ ਇਹਦੇ ਵਿੱਚ ਜਿਹੜੀ ਹਾਈਟ ਬਣਦੀ ਹੈਗੀ ਬਾਰਸ ਦੀ ਉਹ ਮੀਨਿੰਗਲੈਸ ਆ, ਉਹਦਾ ਕੋਈ ਮਤਲਬ ਨਹੀਂ। ਮੀਨਿੰਗ ਹੁੰਦਾ ਨਾ, ਰਾਈਟ। ਉਤੋਂ ਹੀ ਤਾਂ ਆਪਾਂ ਨੂੰ ਫ੍ਰੀਕੁਐਂਸੀ ਪਤਾ ਲੱਗਦੀ ਹੈ ਕਿ ਨੰਬਰ ਆਫ ਇੰਨੇ ਤੋਂ ਇੰਨੇ ਮਾਰਕਸ ਕਿੰਨੇ ਸਟੂਡੈਂਟ ਦੇ ਨੇ, ਜਾਂ ਕਿਸੇ ਕੋਲ ਹਾਈਟ ਸੀ ਕਿਸੇ ਦਾ, ਉਹ ਇੰਨੇ ਲੋਕਾਂ ਦਾ ਸੀ। ਮੀਨਿੰਗਲੈਸ ਥੋੜ੍ਹਾ ਮੀਨਿੰਗ ਸੀ ਨਾ, ਉਹਦਾ ਕੋਈ ਮਤਲਬ ਸੀ। ਠੀਕ ਹੈ, ਥਰਡ ਵੀ ਕੀ ਆਏਗਾ? ਫਾਲਸ। ਫॉर मोर वीडियोस प्लीज लाइक एंड सब्सक्राइब।